श्री वाहिगुरु साहिब जी। गौड़ी महला पंजवा। नित प्रति नावन राम सर की जय। झूल महारस अमृत पीजै। नित प्रत नावन राम सर की जय। झूल महारस हर अमृत पीजै। रहा निर्मल उदक गोविंद का नाम। मज्जन करत पूरन सब काम। संत संग तह गोष्ठ होए। कूट जन्म के किल विख खोए। सिमरह साध करह आनंद। मन तन रवया परमानंद। जिस है परापत हर चरण निधान। नानक दास तिस है कुर्बान। जिस है परापत हर चरण निधान। नानक दास तिस है कुर्बान। वाहिगुरु जी का खालसा वाहिगुरु जी की फतेह। पतित पावन भगत वशल करुणा निधान दीना बंधु दया दे सागर ब्रह्म ज्ञान दे सूरज। धीरज धारी पर उपकारी चोजी प्रीतम नीले दे शाह असवार। अमृत के दाते पंथ के वाली सरबंस दानी। तख्तां वाले ताजां वाले फौजां वाले बाजां वाले। बादशाह दरवेश गुरु गोबिंद सिंह साहिबे कमाल श्री गुरु गोबिंद सिंह सच्चे पातशाह जी महाराज। सरबत जग्यासु जना ते कृपालता दयालता रहमत मिहर करके अपने सतयुगी पावन तप अस्थान तखत सचखंड श्री हजूर श्री अबचल नगर साहिब जी विखे साहिब सतगुरु श्री गुरु ग्रंथ साहिब सच्चे पातशाह महाराज साहिब जी दी सत संगत रूपी गोद बख्शिश करके निहाल किरतार्थ कर रहे ने। सतगुरु जी दे प्यार वालियां ने, नेम वालियां ने, प्रेम वालियां ने, नाम रसियां ने, दर्शन दीदारियां दी चाहत रखण वालियां ने गुर चरना विखे आ करके सतगुरु जी दे दर्शन दीदार करके ਅੰਮ੍ਰਿਤ ਗੁਰਬਾਣੀ ਨੂੰ ਪੜ੍ਹ ਸਰਵਣ ਅਤੇ ਗਾਇਨ ਕਰਦਿਆਂ ਗੁਰ ਚਰਨਾਂ ਵਿਖੇ ਹਾਜ਼ਰੀ ਭਰਦਿਆਂ ਹੋਇਆਂ ਆਤਮਿਕ ਆਨੰਦ ਰੂਪੀ ਲਾਹੇ ਮਾਨਣਾ ਕੀਤੇ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਤੋਂ ਰਹਿਮਤਾਂ ਲੈਣ ਦਾ ਯਤਨ ਕਰਨਾ ਕੀਤਾ ਹੈ। ਹੁਣ ਵਕਤ ਹੈ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨੇ ਦਾ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਭਗਤੀ ਕਰਦਿਆਂ ਗੁਰ ਜਸ ਹਰ ਜਸ ਸਰਵਣ ਕਰਦਿਆਂ ਹੋਰ ਲਾਹੇ ਪ੍ਰਾਪਤ ਕਰਨਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਨਾਮ ਰਸਨਾ ਤੋਂ ਉਚਾਰਨ ਕਰਕੇ ਰਸਨਾ ਨੂੰ ਪਵਿੱਤਰ ਤੇ ਹਿਰਦੇ ਨੂੰ ਇਕਾਗਰ ਕਰਨਾ ਕਰੀਏ ਜੀ। ਸਹਿਤ ਪਿਆਰ ਦੇ ਉਚਾਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਮਹੱਲਾ ਪੰਜਵਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 5ਵੇਂ ਸਰਗੁਣ ਸਰੂਪ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਗੁਰਬਾਣੀ ਦੇ ਰਚਨਹਾਰ, ਵੱਡੇ ਭਾਰੀ ਪਰ ਉਪਕਾਰੇ ਦੀਨ ਦਇਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸਰਬਤ ਦੇ ਭਲੇ ਦੇ ਹਿਤ ਕੌਤਕ ਉਚਾਰਿਆ ਨਾ, ਤੇ ਜੋ ਮਿਹਰਬਾਨ ਵਰਗਿਆਂ ਨੇ ਕੱਚੀ ਬਾਣੀ ਉਚਾਰਨ ਕਰਕੇ, ਭਾਵ ਆਪਣੀ ਕਵਿਤਾ ਰਚ ਕਰਕੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਦਰਜ ਕਰ ਦੇਣਾ, ਨਾਨਕ ਪਦ ਲਿਖ ਦੇਣਾ। ਇਸ ਪ੍ਰਕਾਰ ਕੱਚੀ ਬਾਣੀ ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਵਚਨ ਫਰਮਾਏ ਸਨ ਨਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਤੇ ਗੁਰਸਿੱਖਾਂ ਦੀ ਬੇਨਤੀ ਤੇ ਸੱਚੇ ਪਾਤਸ਼ਾਹ ਤੇ ਗੁਰਬਾਣੀ ਦੇ ਵਿੱਚ ਹੁਣੇ ਮਿਲਾਵਟਾਂ ਸ਼ੁਰੂ ਹੋ ਗਈਆਂ, ਹੁਣੇ ਕੱਚੀ ਬਾਣੀ। ਗੁਰਸਿੱਖਾਂ ਨੂੰ ਸਾਨੂੰ ਪਛਾਣ ਨਹੀਂ ਆਉਂਦੀ ਮਹਾਰਾਜ ਸੱਚੀ ਬਾਣੀ ਦੀ ਤੇ ਕੱਚੀ ਬਾਣੀ ਦੀ। ਕਿਰਪਾਲਤਾ ਕਰਕੇ ਆਪ ਹੀ ਨਿਰਣਾ ਕਰਕੇ ਸਾਨੂੰ ਸੱਚੀ ਬਾਣੀ ਬਖਸ਼ੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੱਡਾ ਭਾਰੀ ਯਤਨ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾ ਕਰਕੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਤੋਂ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਕਰਕੇ ਪਾਲਕੀ ਸਾਹਿਬ ਦੇ ਵਿੱਚ ਅਸਵਾਰ ਕਰਕੇ ਆਪ ਨੰਗੇ ਚਰਨੀ ਪੋਥੀਆਂ ਸਾਹਿਬਾਨ ਦੇ ਉੱਪਰ ਚੌਰ ਸਾਹਿਬ ਕਰਦੇ ਆਉਂਦੇ ਨੇ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੁੱਖ ਭੰਜਨੀ ਬੇਰੀ ਦੇ ਕੋਲ 68 ਘਾਟ ਵਾਲੇ ਅਸਥਾਨ ਤੇ ਥੜਾ ਸਾਹਿਬ ਤੇ ਸਥਾਪਨ ਕੀਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਰਤੀ ਕੀਤੀ ਹੈ, ਇਸੇ ਪ੍ਰਕਾਰ ਦੀਵਾਨ ਸਜਾਇਆ ਹੈ, ਸੰਧਿਆ ਕੀਤੀ ਹੈ। ਉਪਰੰਤ ਬਾਬਾ ਬੁੱਢਾ ਸਾਹਿਬ ਜੀ ਨੂੰ ਸੇਵਾ ਬਖਸ਼ੀਏ। ਭਾਈ ਬੁੱਢਾ ਜੀ 4 ਪਹਿਰ ਭਾਵ ਸਾਰੀ ਹੀ ਰਾਤ ਗੁਰਬਾਣੀ ਦਾ ਅਖੰਡ ਕੀਰਤਨ ਇੱਕ ਰਸ ਹੁੰਦਾ ਰਵੇ, ਹਰ ਜਸ ਹੁੰਦਾ ਰਹੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਹਿਤ ਉਤਸ਼ਾਹ ਦੇ ਸਾਧ ਸੰਗਤ ਜੀ ਫਿਰ ਸ਼ਬਦ ਉਚਾਰਨਾ ਕੀਤੇ ਸਨ ਕਿ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਦੀਆਂ ਪੋਥੀਆਂ ਨੇ ਨਾ, ਇਹਨਾਂ ਦਾ ਸਥਾਨ ਪਰਮੇਸ਼ਰ ਜੀ ਦੀ ਜਗ੍ਹਾ ਹੈ। ਪੋਥੀ ਪਰਮੇਸ਼ਰ ਕਾ ਥਾਨ। ਹੋਰ ਸ਼ਬਦ ਉਚਾਰਨਾ ਕੀਤਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾ ਮੇਰਾ ਮਨ ਭਇਆ ਨਿਧਾਨਾ। ਖਾਵਹਿ ਖਰਚਹਿ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਐਸਾ ਗੁਰਬਾਣੀ ਦਾ ਅਮੁੱਲਕ ਖਜ਼ਾਨਾ ਆਪ ਜੀ ਨੇ ਪ੍ਰਗਟ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਆਪਣੇ ਮਹਿਲਾਂ ਦੇ ਅੰਦਰ ਗਏ ਨੇ। ਸਾਡੇ ਸਨਮਾਨਯੋਗ ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਪਾਣੀ ਇਤਿਆਦਿਕ ਭੋਜਨ ਛਕਾ ਕਰਕੇ ਸੇਵਾ ਕੀਤੀ ਹੈ। ਸਤਿਗੁਰੂ ਜੀ ਰਾਤਰੀ ਦੇ ਸਮੇਂ ਬਿਰਾਜੇ ਨੇ। ਅੰਮ੍ਰਿਤ ਵੇਲੇ ਸਵਾ ਪਹਿਰ ਰਾਤਰੀ ਦਾ ਜਦੋਂ ਸਮਾਂ ਅਜੇ ਰਹਿੰਦਾ ਹੈ, ਜਾਗੇ ਹਨ ਵੱਡੇ ਤੜਕੇ ਅੰਮ੍ਰਿਤ ਵੇਲੇ। ਸ਼ੌਚ ਕਿਰਿਆ ਕਰਕੇ ਪਹਿਲਾਂ ਖੂਹ ਦੇ ਜਲ ਦੇ ਨਾਲ ਗਰੀਬ ਨਿਵਾਜ ਸਾਹਿਬ ਜੀ ਨੇ ਇਸ਼ਨਾਨ ਕੀਤਾ ਹੈ। ਫਿਰ ਅੰਮ੍ਰਿਤ ਸਰੋਵਰ ਦੇ ਵਿੱਚ ਆਪ ਜੀ ਨੇ ਇਸ਼ਨਾਨ ਕਰਨਾ ਕੀਤਾ ਹੈ ਦੁੱਖ ਭੰਜਨੀ ਬੇਰੀ ਦੇ ਪਾਸ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਨੇ ਫਿਰ ਆਪਣੇ ਨਿਜ ਸਰੂਪ ਦਾ ਧਿਆਨ ਧਰਿਆ ਹੈ। ਫਿਰ ਦਿਨ ਚੜਿਆ ਹੈ, ਦੀਵਾਨ ਸਜਿਆ ਹੈ, ਸਮਾਪਤੀ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਬਚਨ ਕਰਨਾ ਕੀਤਾ, ਅਸਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨੇ ਨੇ, ਪਵਿੱਤਰ ਨਿਰਮਲ ਅਸਥਾਨ ਦੀ ਭਾਲ ਕਰੋ। ਭਾਈ ਸਾਹਿਬ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜਾ ਅਸਥਾਨ ਆਪ ਜੀ ਨੂੰ ਭਾ ਜਾਵੇ ਉਹੀਓ ਸ਼ੋਭਨੀਕ ਆ। ਆਪ ਜੀ ਨੂੰ ਕਿਹੜਾ ਅਸਥਾਨ ਭਾਉਂਦਾ ਆਪ ਜੀ ਹੀ ਜਾਣਦੇ ਹੋ। ਭਾਵ ਬੇਨਤੀ ਸੀ ਸੱਚੇ ਪਾਤਸ਼ਾਹ ਉਸ ਸਥਾਨ ਨੂੰ ਤੁਸੀਂ ਆਪ ਚੁਣਨਾ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਆਪ ਜੀ ਨੂੰ ਕਿਹੜਾ ਅਸਥਾਨ ਭਾਉਂਦਾ ਹੈ। ਗਰੀਬ ਨਿਵਾਜ ਸਾਹਿਬ ਜੀ ਸੰਘਣੇ ਜੰਗਲ ਦੇ ਵਿੱਚ ਵਿਚਰ ਰਹੇ ਨੇ ਤੇ ਵਿਚਰਦਿਆਂ ਵਿਚਰਦਿਆਂ ਜਿਸ ਜਗ੍ਹਾ ਤੇ ਅੱਜ ਕੱਲ੍ਹ ਰਾਮਸਰ ਸਾਹਿਬ ਸਰੋਵਰ ਹੈ, ਕੰਢੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਹੈ, ਇੱਥੇ ਗਰੀਬ ਨਿਵਾਜ ਸਾਹਿਬ ਜੀ ਪੁੱਜੇ ਨੇ। ਇੱਥੇ ਬੇਰੀਆਂ ਦੇ ਝੁੰਡ ਨੇ, ਪਿੱਪਲਾਂ ਦੇ ਝੁੰਡ ਨੇ, ਇਸੇ ਪ੍ਰਕਾਰ ਜੰਡ ਕਰੀਰਾਂ ਦੇ ਬੜੇ ਸੰਘਣੇ ਝੁੰਡ ਨੇ। ਟਾਹਣੀਆਂ ਇੰਨੀਆਂ ਝੁਕੀਆਂ ਹੋਈਆਂ ਕਿ ਜ਼ਮੀਨ ਨੂੰ ਲੱਗਦੀਆਂ ਨੇ, ਮਾਨੋ ਕੁਦਰਤ ਨੇ ਤੰਬੂ ਬਣਾਏ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਇਹ ਜਿਹੜਾ ਸਥਾਨ ਇਹ ਤੇ ਪੰਚਵਟੀ ਤੋਂ ਵੀ ਵੱਧ ਰਮਣੀਕ ਹੈ, ਇੱਥੇ ਤੰਬੂ ਲਗਾਏ ਜਾਣ। ਸਤਿਗੁਰੂ ਜੀ ਦੇ ਹੁਕਮ ਦੇ ਨਾਲ ਤੰਬੂ ਲੱਗ ਗਏ ਨੇ। ਤੰਬੂਆਂ ਦੇ ਅੰਦਰ ਪੋਥੀਆਂ ਸਾਹਿਬਾਨ ਪਾਲਕੀ ਸਾਹਿਬ ਜੀ ਦੇ ਅੰਦਰ ਸੁਸ਼ੋਭਿਤ ਕਰ ਦਿੱਤੀਆਂ ਗਈਆਂ ਨੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕਰਨਾ ਕੀਤਾ, ਭਾਈ ਇੱਥੇ ਕੋਲ ਸਰੋਵਰ ਵੀ ਹੋਣਾ ਚਾਹੀਦਾ ਹੈ, ਜਲ ਵੀ ਹੋਣਾ ਚਾਹੀਦਾ ਹੈ। ਤੇ ਸੰਗਤਾਂ ਨੂੰ ਗੁਰਸਿੱਖਾਂ ਨੂੰ ਬਚਨ ਕਰਨਾ ਕੀਤਾ, ਇੱਥੇ ਸਰੋਵਰ ਬਣਾਓ। ਜਿਤਨੀ ਜਿਤਨੀ ਮਿੱਟੀ ਕੋਈ ਸਰੋਵਰ ਦੇ ਵਿੱਚੋਂ ਕੱਢੇਗਾ, ਕਾਰ ਕੱਢੇਗਾ ਨਾ, ਓਨੀ ਉਹਦੇ ਹਿਰਦੇ ਤੋਂ ਪਾਪਾਂ ਵਿਕਾਰਾਂ ਦੀ ਮੈਲ ਉਤਰ ਜਾਵੇਗੀ।
ਉਸੇ ਵੇਲੇ ਸੰਗਤਾਂ ਜੁਟ ਗਈਆਂ ਨੇ। 1 ਪਹਿਰ ਤੱਕ 3 ਘੰਟਿਆਂ ਤੱਕ ਸੇਵਾ ਕੀਤੀ ਹੈ। ਤੇ ਜਦੋਂ 3 ਘੰਟੇ 1 ਪਹਿਰ ਸੇਵਾ ਕਰਨੇ ਦੇ ਨਾਲ ਛੋਟੇ ਸਵਰੂਪ ਵਾਲਾ ਸਰੋਵਰ ਦਾ ਆਕਾਰ ਬਣ ਗਿਆ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਗੁਰਸਿੱਖੋ ਬਸ ਕਰੋ, ਇਤਨਾ ਹੀ ਚਾਹੀਦਾ ਸੀ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚੇ ਜਾਣੇ ਨੇ, ਇਹ ਕੋਈ ਆਮ ਅਸਥਾਨ ਨਹੀਂ। ਇਸ ਦੀ ਬਹੁਤ ਜ਼ਿਆਦਾ ਮਹਾਨਤਾ ਤੇ ਵਿਸ਼ੇਸ਼ਤਾ ਹੈ। ਜਿੱਥੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ, ਕੋਈ ਛੋਟੀ ਗੱਲ ਥੋੜੀ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ। ਤੇ ਜਿੱਥੇ ਸਦੀਆਂ ਤੱਕ, ਜੁਗਾਂ ਜੁਗਾਂਤਰਾਂ ਤੱਕ, ਸ੍ਰਿਸ਼ਟੀ ਦੇ ਅੰਤ ਤੱਕ ਸਰਬਤ ਲੋਕਾਈ ਨੂੰ ਸੇਧ ਅਤੇ ਭਗਤੀ ਦੇ ਨਾਲ ਜੋੜਨ ਵਾਲੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਣੀ ਹੈ, ਉਹ ਸਥਾਨ ਕੋਈ ਆਮ ਸਥਾਨ ਨਹੀਂ, ਮਹਾਪਵਿੱਤਰ ਅਸਥਾਨ ਹੈ। ਮਹਾਪਵਿੱਤਰ ਅਸਥਾਨ ਪ੍ਰਗਟ ਹੋਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਤਾਈਂ ਕਹਿਣਾ ਕੀਤਾ, ਭਾਈ ਬੁੱਢਾ ਜੀ ਇਸ ਅੰਮ੍ਰਿਤ ਸਰੋਵਰ ਦਾ ਨਾਮ ਕੀ ਰੱਖਣਾ ਕਰੀਏ, ਤੁਸੀਂ ਨਾਮ ਰੱਖੋ। ਤੇ ਨਿਮਰਤਾ ਦੇ ਸਹਿਤ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਐਸਾ ਮਹਾਨ ਸ਼ੁਭ ਕਾਰਜ ਵੀ ਆਪ ਜੀ ਦੇ ਹੱਥੋਂ ਤੇ ਸਰੋਵਰ ਦਾ ਨਾਮ ਵੀ ਆਪ ਜੀ ਦੇ ਮੁਖਾਰਬਿੰਦ ਤੋਂ ਹੀ ਉਚਾਰਿਆ ਜਾਣਾ ਪਾਉਂਦਾ ਹੈ। ਸਾਹਿਬ ਜੀ ਕਿਰਪਾਲਤਾ ਕਰਕੇ ਆਪ ਹੀ ਸਰੋਵਰ ਦਾ ਨਾਮ ਰੱਖੋ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਤਾ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਮ ਦੇ ਉੱਪਰ ਸਰੋਵਰ ਦਾ ਨਾਮ ਰੱਖਿਆ ਰਾਮਦਾਸ ਸਰ। ਇਸ ਪ੍ਰਕਾਰ ਰਾਮਸਰ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਸਰੋਵਰ ਰਾਮਸਰ। ਸਤਿਗੁਰੂ ਰਾਮਦਾਸ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ ਸਰੋਵਰ ਜਦੋਂ ਤਿਆਰ ਹੋ ਗਿਆ, ਜਲ ਭਰ ਦਿੱਤਾ ਗਿਆ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਨੇ ਗੌੜੀ ਰਾਗ ਦੇ ਅੰਦਰ ਉਸ ਸਰੋਵਰ ਦੇ ਅੰਦਰ ਇਸ਼ਨਾਨ ਕਰਨੇ ਦਾ ਜੋ ਮਹਾਤਮ ਹੈ ਉਹ ਦਰਸਾਵਣਾ ਕੀਤਾ ਹੈ ਜੀ। ਨਿਤ ਪ੍ਰਤ ਨਹਾਵਣ ਰਾਮਸਰ ਕੀਜੈ। ਹੇ ਗੁਰਸਿੱਖੋ, ਇਹ ਜਿਹੜਾ ਸਰੋਵਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੇ ਰਚਿਆ ਗਿਆ ਹੈ ਨਾ, ਰਾਮਸਰ ਸਰੋਵਰ ਅਤਿਅੰਤ ਪਵਿੱਤਰ ਹੈ, ਨਿਰਮਲ ਹੈ। ਇਸ ਦੇ ਵਿੱਚ ਇਸ਼ਨਾਨ ਕਰਨੇ ਦਾ ਵੱਡਾ ਭਾਰੀ ਮਹਾਤਮ ਹੈ। ਜਿਵੇਂ ਕਾਰ ਕੱਢਣ ਵਾਲਿਆਂ ਦੇ ਹਿਰਦੇ ਦੀ ਮੈਲ ਉਤਰੀ ਹੈ, ਇਸ਼ਨਾਨ ਕਰਨ ਵਾਲਿਆਂ ਦੇ ਵੀ ਹਿਰਦੇ ਦੀ ਮੈਲ ਉਤਰੇਗੀ। ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਨਿਤ ਪ੍ਰਤ ਨਿਤਾ ਪ੍ਰਤੀ ਹਰ ਰੋਜ਼ ਨਹਾਵਣ ਰਾਮਸਰ ਕੀਜੈ। ਰਾਮਸਰ ਸਰੋਵਰ ਦੇ ਅੰਦਰ ਗੁਰਸਿੱਖੋ ਨਿਤਾ ਪ੍ਰਤੀ ਹਰ ਰੋਜ਼ ਇਸ਼ਨਾਨ ਕਰਨਾ ਕਰੋ। ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਸੋ ਝੋਲ ਇਸੇ ਪ੍ਰਕਾਰ ਇਹ ਜਿਹੜਾ ਅੰਮ੍ਰਿਤ ਜਲ ਹੈ ਨਾ, ਇਸ ਦੇ ਵਿੱਚ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ। ਤੇ ਜਿਹੜਾ ਨਾਮ ਦਾ ਮਹਾਰਸ ਅੰਮ੍ਰਿਤ ਹੈ ਤੇ ਇਸ ਨੂੰ ਪੀਜੈ, ਪੀਣਾ ਕਰੋ। ਝੋਲ ਤੋਂ ਭਾਵ ਹੈ ਵਿਚਾਰਨਾ। ਸੋ ਹਿਰਦੇ ਦੇ ਅੰਦਰ ਨਾਮ ਦੀ ਵਿਚਾਰ ਕਰਨੀ ਹੈ। ਇਸ ਪ੍ਰਕਾਰ ਸਰੋਵਰ ਦੇ ਅੰਮ੍ਰਿਤ ਜਲ ਦੇ ਅੰਦਰ ਪਹਿਲਾਂ ਤਨ ਦਾ ਇਸ਼ਨਾਨ, ਫਿਰ ਅੰਮ੍ਰਿਤ ਨਾਮ ਦੇ ਨਾਲ ਮਨ ਦਾ ਇਸ਼ਨਾਨ ਕਰਨਾ ਹੈ। ਸੋ ਇਸੇ ਪ੍ਰਕਾਰ ਝੋਲ ਮਹਾਰਸ ਅੰਮ੍ਰਿਤ ਪੀਜੈ। ਸੋ ਸਾਧ ਸੰਗਤ ਜੀ, ਸਰੋਵਰ ਦੇ ਉੱਪਰ ਨਾ, ਜਲ ਦੇ ਉੱਪਰ ਅਕਸਰ ਬੂਰ ਆ ਜਾਇਆ ਕਰਦਾ ਏ। ਅੱਜ ਕੱਲ ਤਾਂ ਸਰੋਵਰ ਪੱਕੇ ਨੇ, ਇਹਨਾਂ ਚੀਜ਼ਾਂ ਦਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਹੈ। ਉਦੋਂ ਸਰੋਵਰ ਵੀ ਕੱਚੇ ਹੋਏ ਆ ਕਰਦੇ ਸਨ ਤੇ ਪਾਣੀ ਦੇ ਉੱਪਰ ਬੂਰ ਇਤਿਆਦਿਕ ਆ ਜਾਣਾ। ਤੇ ਮਹਾਰਾਜ ਜੀ ਬਚਨ ਕਰਨਾ ਕਰਦੇ ਨੇ, ਝੋਲ ਭਾਵ ਉਸ ਜਲ ਦੇ ਉੱਪਰੋਂ ਜਾਲੇ ਨੂੰ, ਬੂਰ ਨੂੰ ਹਟਾ ਕਰਕੇ ਮਹਾਰਸ ਪੀਜੈ, ਫਿਰ ਇਸ਼ਨਾਨ ਕਰਨਾ ਹੈ। ਉਪਰੰਤ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਕਰਕੇ ਅੰਮ੍ਰਿਤ ਰਸ ਨੂੰ ਪੀਜੈ, ਪੀਵਣਾ ਕਰਨਾ ਹੈ ਜੀ। ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਨਿਰਮਲ ਉਦਕ ਗੋਬਿੰਦ ਕਾ ਨਾਮ। ਪਿਆਰਿਓ, ਜਿਵੇਂ ਗੋਬਿੰਦ ਜੀ ਦਾ ਨਾਮ, ਪਰਮਾਤਮਾ ਜੀ ਦਾ ਨਾਮ ਅਤਿਅੰਤ ਨਿਰਮਲ ਹੁੰਦਾ ਹੈ, ਉਜਲ ਹੁੰਦਾ ਹੈ, ਮੈਲ ਤੋਂ ਰਹਿਤ ਹੁੰਦਾ ਨਾ, ਇਸੇ ਪ੍ਰਕਾਰ ਉਦਕ ਤੋਂ ਭਾਵ ਹੈ ਜਲ। ਇਸ ਸਰੋਵਰ ਦਾ ਜਲ ਅਤਿਅੰਤ ਨਿਰਮਲ ਹੈ। ਜਿਵੇਂ ਨਾਮ ਜਪਣੇ ਦੇ ਨਾਲ ਹਿਰਦੇ ਦੀ ਮੈਲ ਲੱਥਦੀ ਏ, ਇਸ ਦੇ ਵਿੱਚ ਇਸ਼ਨਾਨ ਕੀਤਿਆਂ ਵੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਥਦੀ ਹੈ। ਸੋ ਇਸੇ ਹੀ ਪ੍ਰਕਾਰ ਨਿਰਮਲ ਉਦਕ ਗੋਬਿੰਦ ਕਾ ਨਾਮ। ਇਸ ਦਾ ਜਲ ਜਿਹੜਾ ਹੈ ਹੋਰ ਵੀ ਅਤਿਅੰਤ ਨਿਰਮਲ ਸ਼ੁੱਧ ਹੋਵੇਗਾ, ਹੋਰ ਵੀ ਉਜਲ ਹੋਵੇਗਾ ਜੀ। ਕਿਵੇਂ ਹੋਵੇਗਾ? ਹਜ਼ੂਰ ਫਰਮਾਉਂਦੇ ਨੇ, ਇਸ ਦੇ ਕੰਢੇ ਬੈਠ ਕਰਕੇ ਅਸੀਂ ਗੋਬਿੰਦ ਜੀ ਦੇ ਨਾਮ ਦੀ ਸਿਫਤ ਸਲਾਹ ਜੂ ਕਰਨੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਰਚਨਾ ਹੈ। ਇਸ ਕਰਕੇ ਉਸ ਨਾਮ ਦੀ ਬਰਕਤ ਦੇ ਨਾਲ
ਇਸ ਦਾ ਜਿਹੜਾ ਜਲ ਹੈ ਅਤਿਅੰਤ ਨਿਰਮਲ ਹੋਵੇਗਾ। ਤੇ ਸਾਧ ਸੰਗਤ ਜੀ, ਕੁਛ ਕੁ ਸਾਲ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਲ ਨੂੰ ਲੈ ਕਰਕੇ ਨਾ, ਤੇ ਜਿਹੜੇ ਮਾਹਿਰ ਹੁੰਦੇ ਨੇ ਉਹਨਾਂ ਨੇ ਪਰਖਣ ਦਾ ਯਤਨ ਕੀਤਾ। ਇੱਥੇ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ ਨੇ, ਇੱਥੇ ਅੰਨਿਆਂ ਨੂੰ ਆ ਕਰਕੇ ਅੱਖਾਂ ਪ੍ਰਾਪਤ ਹੋ ਜਾਂਦੀਆਂ ਨੇ, ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਨੇ। ਐਸੇ ਸਰੀਰ ਅੱਜ ਵੀ ਮੌਜੂਦ ਨੇ ਜਿਨ੍ਹਾਂ ਦੇ ਇਸ਼ਨਾਨ ਕਰਕੇ ਪੱਥਰੀਆਂ ਇਤਿਆਦਿਕ ਦੇ ਰੋਗ ਵੀ ਠੀਕ ਹੋ ਗਏ, ਜਿਨ੍ਹਾਂ ਦਾ ਇਸੇ ਪ੍ਰਕਾਰ ਲਕਵਾ ਇਤਿਆਦਿਕ ਦੇ ਰੋਗ ਠੀਕ ਹੋ ਗਏ। ਉਹ ਤੰਦਰੁਸਤ ਹਾਲਤ ਦੇ ਵਿੱਚ ਗੁਰਸਿੱਖ ਤੇ ਗੁਰਸਿੱਖਣੀਆਂ ਅੱਜ ਵੀ ਮੌਜੂਦ ਨੇ। ਵਿਚਾਰ ਕਰਨਾ ਕੀਤੀ, ਇੱਥੇ ਲਕਵੇ ਵਾਲਿਆਂ ਦੇ ਰੋਗ ਠੀਕ ਹੁੰਦੇ ਨੇ, ਇੱਥੇ ਪੱਥਰੀਆਂ ਵਾਲੇ, ਇੱਥੇ ਅੰਨਿਆਂ ਨੂੰ ਨੇਤਰ ਮਿਲ ਜਾਂਦੇ ਨੇ। ਜਲ ਦੇ ਵਿੱਚ ਤਾਕਤ ਕੀ ਹੈ? ਤੇ ਜਲ ਲੈ ਕਰਕੇ ਫਿਰ ਉਹ ਲੈਬ ਦੇ ਵਿੱਚ ਲੈ ਕਰਕੇ ਗਏ ਤੇ ਜਾ ਕਰਕੇ ਚੈੱਕ ਕਰਨਾ ਕੀਤਾ। ਜਦੋਂ ਟੈਸਟ ਕੀਤਾ ਤੇ ਰਿਪੋਰਟ ਆਈ, ਇਸ ਜਲ ਦੇ ਵਿੱਚ ਉਹ ਤੱਤ ਨੇ ਜਿਹੜੇ ਤੱਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨੇ ਦੀ ਸ਼ਕਤੀ ਰੱਖਦੇ ਨੇ, ਸਮਰੱਥਾ ਰੱਖਦੇ ਨੇ। ਕਾਰਨ ਕੀ ਹੈ? ਹਰ ਵੇਲੇ ਅੰਮ੍ਰਿਤ ਸਰੂਪ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ, ਹਰ ਵੇਲੇ ਕੀਰਤਨ। ਸਰੋਵਰ ਦੇ ਕੰਢੇ ਤੇ ਵੀ ਸਾਧ ਸੰਗਤ ਜੀ ਇਸੇ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਜਿੱਥੇ ਸੀਸ ਲੈ ਕਰਕੇ ਪੁੱਜੇ ਨੇ, ਗੁਰਬਾਣੀ ਦੇ ਪ੍ਰਵਾਹ ਅਖੰਡ ਜਾਪ ਚੱਲ ਰਹੇ ਨੇ। ਦੁੱਖ ਭੰਜਨੀ ਬੇਰੀ ਦੇ ਕੋਲ ਸਰੋਵਰ ਦੇ ਕੰਢੇ ਤੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। 24 ਘੰਟੇ 8 ਪਹਿਰ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ। ਇਸੇ ਪ੍ਰਕਾਰ ਅੰਮ੍ਰਿਤ ਵੇਲੇ ਦੇ 3 ਵਜੇ ਤੋਂ ਲੈ ਕਰਕੇ ਰਾਤਰੀ ਦੇ 9 ਵਜੇ ਤੱਕ ਅਥਵਾ 10:30 ਵਜੇ ਤੱਕ, ਡੇਢ ਪਹਿਰ ਰਾਤ ਗਈ, 10:30 ਵਜੇ ਤੱਕ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਉਸ ਅੰਮ੍ਰਿਤ ਸਰੂਪ ਗੁਰਬਾਣੀ ਤੇ ਕੀਰਤਨ ਦੀ ਧੁਨੀਆਂ ਦੇ ਨਾਲ, ਆਵਾਜ਼ ਦੇ ਨਾਲ ਜਲ ਨੇ ਅੰਮ੍ਰਿਤ ਗੁਣਾਂ ਨੂੰ ਗ੍ਰਹਿਣ ਕਰ ਲਿਆ। ਐਸੇ ਤੱਤ ਜਲ ਨੇ ਆਪਣੇ ਅੰਦਰ ਉਤਪੰਨ ਕਰ ਲਏ ਅਥਵਾ ਗੁਰਬਾਣੀ ਨੇ ਪ੍ਰਗਟ ਕਰ ਦਿੱਤੇ ਜਲ ਦੇ ਵਿੱਚ, ਜਿਹੜੇ ਤੱਤ ਸਾਰੀਆਂ ਬਿਮਾਰੀਆਂ ਨੂੰ ਮੇਟਣ ਦੇ ਸਮਰੱਥ ਨੇ। ਇਹ ਵਾਹਿਗੁਰੂ ਜੀ ਦੇ ਨਾਮ ਦੀ ਬਰਕਤ ਹੈ, ਕੀਰਤਨ ਦੀ, ਗੁਰਬਾਣੀ ਦੀ ਬਰਕਤ ਹੈ। ਤੇ ਸਾਧ ਸੰਗਤ ਜੀ, ਜਿਹੜਾ ਜਲ ਹੈ ਨਾ, ਇਹ ਸਭ ਤੋਂ ਛੇਤੀ ਤੇ ਜ਼ਿਆਦਾ ਪ੍ਰਭਾਵ ਕਬੂਲ ਕਰਦਾ ਹੈ। ਇਸੇ ਕਰਕੇ ਜਿਸ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾਂਦੇ ਨੇ, ਕੋਲ ਕੁੰਭ ਰੱਖਿਆ ਜਾਂਦਾ ਹੈ, ਜਲ ਰੱਖਿਆ ਜਾਂਦਾ ਹੈ। 48 ਘੰਟੇ ਅਖੰਡ ਗੁਰਬਾਣੀ ਦਾ ਜਾਪ ਹੋਣਾ, ਜਲ ਨੇ ਗੁਣ ਨੂੰ ਗ੍ਰਹਿਣ ਕਰਨਾ, ਫਿਰ ਉਸ ਨੂੰ ਪਰਿਵਾਰ ਵਾਲੇ ਛਕਣ, ਦੁੱਖ ਦੂਰ ਹੁੰਦੇ ਨੇ, ਸ਼ੁੱਧਤਾ ਹੁੰਦੀ ਏ। ਇਸੇ ਪ੍ਰਕਾਰ ਧਾਰਮਿਕ ਸਥਾਨਾਂ ਤੇ ਜਿਹੜੇ ਭਾਵਨਾ ਵਾਲੇ ਗੁਰਸਿੱਖ ਨੇ ਨਾ, ਜਦੋਂ ਅੰਮ੍ਰਿਤ ਸੰਚਾਰ ਕਰਦੇ ਨੇ ਤੇ ਫਿਰ ਕੁੰਭ ਦੇ ਜਲ ਨੂੰ ਅੰਮ੍ਰਿਤ ਵਾਸਤੇ ਵਰਤਿਆ ਜਾਂਦਾ ਹੈ। ਤੇ ਸਾਧ ਸੰਗਤ ਜੀ, 5 ਪਿਆਰੇ ਗੁਰੂ ਸਵਰੂਪ ਹੋ ਕਰਕੇ 5 ਬਾਣੀਆਂ ਹੀ ਪੜ੍ਹਦੇ ਨੇ, ਤੇ ਪ੍ਰਤੱਖ ਜਿਹੜਾ ਜਲ ਹੈ ਉਹ ਅੰਮ੍ਰਿਤ ਬਣ ਜਾਂਦਾ ਹੈ। ਤੇ ਜਿੱਥੇ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲਦਾ, ਉਹ ਜਲ ਅੰਮ੍ਰਿਤ ਕਿਵੇਂ ਨਹੀਂ ਬਣਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਇਹ ਮਹਾਨਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਇਸ ਨਿਰਮਲ ਜਲ ਦੇ ਕਿਨਾਰੇ ਤੇ ਬੈਠ ਕਰਕੇ ਅਸੀਂ ਗੋਬਿੰਦ ਜੀ ਦਾ ਨਾਮ ਉਚਾਰਨਾ ਹੈ। ਗੋਬਿੰਦ ਜੀ ਦੇ ਨਾਮ ਦੀ ਮਹਾਨਤਾ ਨੂੰ ਪ੍ਰਗਟ ਕਰਨੇ ਵਾਲੀ ਗੁਰਬਾਣੀ ਉਚਾਰਨੀ ਹੈ। ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਪੜ੍ਹ ਕਰਕੇ ਰਹਿੰਦੀ ਦੁਨੀਆ ਤੱਕ ਜੀਵ ਗੁਰਮਤਿ ਦਾ ਪ੍ਰਕਾਸ਼ ਆਪਣੇ ਹਿਰਦੇ ਦੇ ਵਿੱਚ ਇਸ ਗੁਰਬਾਣੀ ਦੇ ਨਾਲ ਕਰਿਆ ਕਰਨਗੇ, ਐਸੀ ਗੁਰਬਾਣੀ ਰਚਨੀ ਹੈ। ਜਿਹੜੀ ਗੁਰਬਾਣੀ ਗੋਬਿੰਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ, ਚਰਨਾਂ ਦੇ ਨਾਲ ਜੋੜਿਆ ਕਰੇਗੀ, ਐਸੀ ਗੁਰਬਾਣੀ ਰਚਨੀ ਹੈ। ਗੁਰਬਾਣੀ ਦੇ ਪ੍ਰਤਾਪ ਦੇ ਨਾਲ ਇਸ ਸਰੋਵਰ ਦਾ ਉਦਕ ਜਿਹੜਾ ਜਲ ਹੈ ਹੋਰ ਵੀ ਅਤਿਅੰਤ ਨਿਰਮਲ, ਹੋਰ ਵੀ ਸ਼ੁੱਧ, ਹੋਰ ਵੀ ਉਜਲ ਹੋਵੇਗਾ। ਮੱਜਨ ਕਰਤ ਪੂਰਨ ਸਭ ਕਾਮ। ਜਿਸ ਨਿਰਮਲ ਜਲ ਦੇ ਵਿੱਚ, ਰਾਮਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨੇ ਦੇ ਨਾਲ ਮੱਜਨ ਕਰਤ, ਮੱਜਨ ਤੋਂ ਭਾਵ ਹੈ ਟੁੱਬੀ ਲਾਉਣੀ, ਸਣ ਕੇ ਸੀ ਇਸ਼ਨਾਨ ਕਰਨਾ। ਟੁੱਬੀ ਲਾਉਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ ਪੂਰਨ ਸਾਭੇ ਕਾਮ, ਸਾਰੀਆਂ ਮਨ ਦੀਆਂ ਕਾਮਨਾਵਾਂ, ਸਾਰੀਆਂ ਇੱਛਾਵਾਂ ਪੂਰਨ ਹੋ ਜਾਣਗੀਆਂ। ਸਾਧ ਸੰਗਤ ਜੀ, 5 ਸਰੋਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਬਣਵਾਏ ਨੇ। ਸਭ ਤੋਂ ਪਹਿਲਾ ਸਰੋਵਰ ਬਣਾਇਆ ਜਦੋਂ ਤੇ ਸੰਤੋਖਾ ਰਿਖੀ ਥੱਲਿਓ ਵੱਡੇ ਮੱਠ ਚੋਂ ਨਿਕਲਿਆ ਸੀ, ਉਸ ਦੇ ਨਾਮ ਤੇ ਸਰੋਵਰ ਦਾ ਨਾਮ ਰੱਖਿਆ ਸੀ ਸੰਤੋਖ ਸਰ। ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ ਸੀ, ਜਿਹੜਾ ਵੀ ਭਾਵਨਾ ਦੇ ਨਾਲ ਇਸ ਸਰੋਵਰ ਦੇ ਅੰਦਰ ਇਸ਼ਨਾਨ ਕਰੇਗਾ ਨਾ, ਉਸ ਦੇ ਹਿਰਦੇ ਨੂੰ ਸੰਤੋਖ ਦੀ ਪ੍ਰਾਪਤੀ ਹੋਵੇਗੀ। ਪਰ ਸਤਿਗੁਰੂ ਜੀ ਦਾ ਬਚਨ ਯਾਦ ਰੱਖਣਾ, ਭਾਵਨਾ ਦੇ ਨਾਲ, ਭਾਵਨਾ ਬਣਾਉਣੀ ਪਵੇਗੀ। ਸਤਿਗੁਰੂ ਜੀ ਦਾ ਬਚਨ ਹੈ, ਅਮੋਘ ਬਾਣ ਹੈ, ਬਿਰਥਾ ਨਹੀਂ ਜਾਂਦਾ। ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਨਾਮ ਰਸੀਆਂ ਨੂੰ ਸੰਤੋਖ ਆਉਂਦਾ ਹੈ।
ਦੂਸਰਾ ਇਸੇ ਪ੍ਰਕਾਰ ਸਰੋਵਰ ਆਪ ਜੀ ਨੇ ਬਣਾਵਣਾ ਕੀਤਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੇ ਕੀਨੇ ਦਾਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸੇ ਪ੍ਰਕਾਰ ਤੀਸਰਾ ਸਰੋਵਰ ਰਚਨਾ ਕੀਤਾ ਹੈ ਰਾਮਸਰ ਸਾਹਿਬ। ਤੇ ਚੌਥਾ ਤੇ ਪੰਜਵਾਂ ਜਿਹੜੇ ਦੋ ਸਰੋਵਰ ਨੇ ਉਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸਰੋਵਰ ਬਣਾਵਣਾ ਕੀਤਾ ਹੈ ਬੀਬੀ ਕੌਲਾਂ ਜੀ ਦੇ ਨਾਮ ਤੇ, ਕੌਲਸਰ ਸਾਹਿਬ। ਤੇ ਕੌਲਾਂ ਨੂੰ ਬਚਨ ਕਰਨਾ ਕੀਤਾ ਸੀ, ਕੌਲਾਂ ਤੂੰ ਪੁੱਤਰ ਦੀ ਮੰਗ ਪਈ ਕਰਦੀ ਏ, ਤੇਰਾ ਇਹੀਓ ਸਰੋਵਰ ਪੁੱਤਰ ਹੈ। ਪ੍ਰਤੱਖ ਪੁੱਤਰ ਦੇ ਨਾਲ ਤੇ 2 3 4 ਪੀੜ੍ਹੀਆਂ ਤੱਕ ਹੀ ਦੁਨੀਆ ਵਿੱਚ ਨਾਮ ਰਹਿੰਦਾ ਹੈ, ਪਰ ਤੇਰੇ ਇਸ ਪੁੱਤਰ ਦੇ ਕਰਕੇ ਤੇਰਾ ਨਾਮ ਸਦੀਵ ਕਾਲ ਵਾਸਤੇ ਦੁਨੀਆ ਤੇ ਰਵੇਗਾ। ਇਹੋ ਤੇਰਾ ਪੁੱਤਰ ਹੈ। ਕੌਲਸਰ ਸਾਹਿਬ ਸਰੋਵਰ ਬਣਵਾਇਆ। ਤੇ ਇਸੇ ਪ੍ਰਕਾਰ ਇੱਕ ਸਰੋਵਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਵਣਾ ਕੀਤਾ ਹੈ ਵਿਵੇਕਸਰ ਸਾਹਿਬ। ਵਿਵੇਕ ਦਾ ਭਾਵ ਹੁੰਦਾ ਗਿਆਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਜਿਹੜਾ ਵੀ ਭਾਵਨਾ ਦੇ ਨਾਲ ਇੱਥੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਭਾਵਨਾ ਨਾਲ ਕਰਕੇ ਅਰਦਾਸ ਕਰੇਗਾ, ਉਸ ਨੂੰ ਵਿਵੇਕ ਅਰਥਾਤ ਗਿਆਨ ਦੀ ਪ੍ਰਾਪਤੀ ਹੋਵੇਗੀ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਸਰੋਵਰ ਬਣਾ ਕਰਕੇ ਤਿੰਨਾਂ ਦੀ ਮਹਿਮਾ ਜੋ ਹੈ ਜਗਤ ਸੰਸਾਰ ਦੇ ਅੰਦਰ ਪ੍ਰਗਟ ਕਰਨਾ ਕੀਤੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਵਚਨ ਫਰਮਾਵਨਾ ਕਰਦੇ ਨੇ, ਮੱਜਨ ਕਰਤ, ਜਿਹੜਾ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਪੂਰਨ ਸਭ ਕਾਮ, ਸਾਰੀਆਂ ਕਾਮਨਾਵਾਂ ਤਿੰਨਾਂ ਦੀਆਂ ਪੂਰਨ ਹੋਣਗੀਆਂ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਿਵਾਸੀ ਨੇਮੀ ਤੇ ਪ੍ਰੇਮੀ ਗੁਰਸਿੱਖ, ਨੇੜੇ ਨੇੜੇ ਇਲਾਕਿਆਂ ਦੇ ਪਰ ਸਮਝ ਗੁਰਮਤਿ ਦਾ ਗਿਆਨ ਰੱਖਣ ਵਾਲੇ ਤੇ ਵਿਦੇਸ਼ਾਂ ਵਿੱਚ ਵਸਣ ਵਾਲੇ ਵੀ ਸਿੱਖ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿਖੇ ਦੀਵਾਲੀ ਨੂੰ, ਵਿਸਾਖੀ ਨੂੰ ਆਉਂਦੇ ਨੇ ਤੇ ਪੰਜਾਂ ਹੀ ਸਰੋਵਰਾਂ ਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਵਿਸਾਖੀ ਵਾਲੇ ਦਿਨ ਵੀ ਤੇ ਦੀਵਾਲੀ ਵਾਲੇ ਦਿਨ ਵੀ। ਇਸ ਪ੍ਰਕਾਰ ਪੰਜਾਂ ਹੀ ਸਰੋਵਰਾਂ ਦੇ ਇਸ਼ਨਾਨ ਕਰਕੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਨੇ। ਗਰੀਬ ਨਿਵਾਜ ਸਤਿਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਸਿੱਖਾਂ ਦੇ ਅੰਦਰ ਵੱਡਾ ਭਾਰੀ ਮਹਾਤਮ ਜਾਣਿਆ ਜਾਂਦਾ ਹੈ ਮੱਜਨ ਕਰਨੇ ਦਾ। ਹਜ਼ੂਰ ਫਰਮਾਵਨਾ ਕਰਦੇ ਨੇ, ਜਿਹੜੇ ਮੱਜਨ ਕਰਦੇ ਨੇ, ਇਸ਼ਨਾਨ ਕਰਦੇ ਨੇ, ਸਨ ਕੇਸੀ ਟੁੱਭਾ ਲਾਉਂਦੇ ਨੇ, ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ। ਸੰਤ ਸੰਗ ਤਹ ਗੋਸ਼ਟ ਹੋਏ। ਇਥੇ ਹੁਣ ਸੰਤਾਂ ਦੀ ਸੰਗਤ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਲਿਖਵਾ ਰਹੇ ਨੇ ਨਾ, ਤੇ ਪਿਛਲੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਸ਼ਰਵਣ ਕੀਤਾ ਹੈ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਕਿ 15 ਹੀ ਭਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਵਿਚਾਰ ਗੋਸ਼ਟੀ ਕਰਦੇ ਨੇ ਤੇ ਆਪਣੀ ਗੁਰਬਾਣੀ ਲਿਖਾਉਂਦੇ ਨੇ। ਹਜ਼ੂਰ ਫਰਮਾਉਂਦੇ ਨੇ, ਇੱਥੇ ਸੰਤ ਜਨ ਪ੍ਰਗਟ ਹੋਣਗੇ, ਸੰਤਾਂ ਦੇ ਨਾਲ ਇੱਥੇ ਗੋਸ਼ਟ ਹੋਵੇਗੀ, ਭਗਤਾਂ ਦੇ ਨਾਲ ਗੋਸ਼ਟ ਹੋਵੇਗੀ। ਇਸੇ ਹੀ ਪ੍ਰਕਾਰ ਸੰਤ ਸੰਗ ਤਹ ਗੋਸ਼ਟ ਹੋਏ। ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਜਿਹੜੇ ਸੰਤ ਨੇ ਇਥੇ ਨਾਮ ਦੀ ਗੋਸ਼ਟੀ ਕਰਨਗੇ, ਵਿਚਾਰਾਂ ਕਰਨਗੇ। ਇਸੇ ਹੀ ਤਰ੍ਹਾਂ ਸੰਤ ਸੰਗ ਤਹ ਗੋਸ਼ਟ ਹੋਏ। ਆਉਣ ਵਾਲੇ ਸਮੇਂ ਦੇ ਅੰਦਰ ਵੀ ਇੱਥੇ ਵੱਡੇ ਭਾਰੀ ਦੀਵਾਨ ਸਜਿਆ ਕਰਨਗੇ, ਸਤ ਸੰਗਤ ਹੋਇਆ ਕਰੇਗੀ, ਜਿਸ ਸਤ ਸੰਗਤ ਦੇ ਵਿੱਚ ਨਾਮ ਦੀ ਗੋਸ਼ਟੀ ਵਿਚਾਰ ਹੋਇਆ ਕਰੇਗੀ। ਕੋਟ ਜਨਮ ਕੇ ਕਿਲ ਬਿਖ ਖੋਏ। ਇਸ ਪ੍ਰਕਾਰ ਇਸ ਪਾਵਨ ਅਸਥਾਨ ਤੇ ਗੋਸ਼ਟੀ ਕਰਨ ਵਾਲਿਆਂ ਦੇ ਕਰੋੜਾਂ ਹੀ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ, ਸਾਰੇ ਕਿਲਵਿਖ ਬੱਜਰ ਪਾਪ, ਉਹ ਵੀ ਖੋਏ ਨਾਸ਼ ਹੋ ਜਾਇਆ ਕਰਨਗੇ। ਐਸਾ ਇਹ ਤੀਰਥ ਪ੍ਰਗਟ ਅਸਥਾਨ ਕਰਨਾ ਕੀਤਾ ਹੈ। ਸਿਮਰਹਿ ਸਾਧ ਕਰਹਿ ਆਨੰਦ। ਇਥੇ ਸਾਧ ਜਨ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਕਰਕੇ ਆਤਮਿਕ ਆਨੰਦ ਨੂੰ ਮਾਨਣਾ ਕਰਨਗੇ। ਮਨ ਤਨ ਰਵਿਆ ਪਰਮਾਨੰਦ। ਸੋ ਜਿਸ ਗੋਸ਼ਟੀ ਦੇ ਨਾਲ, ਨਾਮ ਦੇ ਸਿਮਰਨ ਦੇ ਨਾਲ ਤੇ ਇਸ ਵਾਹਿਗੁਰੂ ਜੀ ਦੀ ਸਾਖਿਆਤਕਾਰਤਾ ਹੋਵੇਗੀ, ਜਿਹੜੇ ਵਾਹਿਗੁਰੂ ਜੀ ਦਾ ਨਾਮ ਜੀਵਾਂ ਦੇ ਮਨਾਂ ਅਤੇ ਤਨਾਂ ਦੇ ਅੰਦਰ ਰਮਿਆ ਹੋਇਆ ਹੈ। ਇਸੇ ਹੀ ਪ੍ਰਕਾਰ ਮਨ ਤਨ ਰਵਿਆ ਪਰਮਾਨੰਦ। ਜਿਹੜੇ ਇਸ ਸਥਾਨ ਤੇ ਸਾਧ ਸੰਗਤ ਕਰਕੇ ਨਾਮ ਦਾ ਉਚਾਰਨਾ ਕਰਨਗੇ, ਨਾਮ ਦੀ ਗੋਸ਼ਟ ਕਰਨਗੇ, ਸਿਮਰਨ ਕਰਨਗੇ ਨਾਮ, ਉਹਨਾਂ ਦੇ ਮਨ ਅਤੇ ਤਨ ਦੇ ਅੰਦਰ ਰਵਿਆ ਜੋ ਪਰਿਪੂਰਨ ਪਰਮਾਤਮਾ ਹੈ ਮਨ ਤਨ ਦੇ ਅੰਦਰ ਪ੍ਰਗਟ ਹੋ ਜਾਵੇਗਾ। ਜਿਹੜੇ ਵਾਹਿਗੁਰੂ ਜੀ ਘਟ ਸੋ ਕਣ ਕਣ ਦੇ ਅੰਦਰ ਰਵਿਆ ਵਿਆਪਕ ਸਰੂਪ ਨੇ ਨਾ,
ਉਹ ਤਨ ਦੇ ਅੰਦਰ ਅਤੇ ਮਨ ਦੇ ਅੰਦਰ ਪ੍ਰਗਟ ਹੋ ਕਰਕੇ ਪਰਮਾਨੰਦ ਪਰਮ ਆਨੰਦ ਦੀ ਦਾਤ ਗੁਰਸਿੱਖਾਂ ਨੂੰ ਬਖਸ਼ਣਗੇ। ਹਿਰਦੇ ਦੇ ਅੰਦਰ ਸਾਖਿਆਤਕਾਰਤਾ ਹੋਵੇਗੀ ਜੀ, ਤਨ ਦੇ ਅੰਦਰ ਵੀ। ਹਜ਼ੂਰ ਤਨ ਦੇ ਅੰਦਰ ਕਿਵੇਂ? ਤੇ ਸਤਿਗੁਰਾਂ ਦਾ ਬਚਨ ਹੈ ਨਾ, ਰੋਮ ਰੋਮ ਮਹਿ ਵਸੈ ਮੁਰਾਰ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਇਹ ਰੋਮ ਰੋਮ ਦੇ ਅੰਦਰ ਪ੍ਰਗਟ ਹੋਣਾ ਹੈ। ਇਸ ਪ੍ਰਕਾਰ ਰੋਮ ਰੋਮ ਦੇ ਵਿੱਚ ਰਵ ਜਾਵੇਗਾ। ਉਸ ਪ੍ਰਮਾਤਮਾ ਜੀ ਦੇ ਰਵਿਆ ਵਿਆਪਣ ਦੇ ਨਾਲ ਪਰਮ ਆਨੰਦ ਦੀ ਪ੍ਰਾਪਤੀ ਹੋਵੇਗੀ। ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ। ਸੋ ਜਿਸ ਨੂੰ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੀ, ਜੋ ਸਾਰੇ ਹੀ ਸੁੱਖਾਂ ਦੀ ਨਿਧੀ ਹੈ, ਨਿਧਾਨ ਖਜ਼ਾਨਾ ਹੈ ਨਉਦਾ ਭਗਤੀ ਦਾ, ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਪ੍ਰਾਪਤ ਹੋਣਗੇ, ਅਥਵਾ ਜਿਨ੍ਹਾਂ ਨੂੰ ਨਾਮ ਰੂਪੀ ਚਰਨ ਪ੍ਰਾਪਤ ਹਨ। ਨਾਨਕ ਦਾਸ ਤਿਸ ਹੈ ਕੁਰਬਾਨ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਵਚਨ ਫਰਮਾਉਂਦੇ ਨੇ, ਅਸੀਂ ਐਸੇ ਦਾਸਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਇਤਨਾ ਸਤਕਾਰ ਸਤਿਗੁਰੂ ਜੀ ਨਾਮ ਰਸੀਆਂ ਨੂੰ ਬਖਸ਼ਦੇ ਨੇ। ਇਸੇ ਹੀ ਪ੍ਰਕਾਰ ਨਾਨਕ ਦਾਸ ਤਿਸ ਹੈ ਕੁਰਬਾਨ। ਹੇ ਸਿੱਖੋ, ਜਿਨ੍ਹਾਂ ਨਾਮ ਰਸੀਆਂ ਨੂੰ ਵਾਹਿਗੁਰੂ ਜੀ ਦੇ ਚਰਨ ਤਿਨਾਂ ਦੀ ਪ੍ਰਾਪਤੀ ਹੋ ਗਈ ਹੈ, ਤਨ ਮਨ ਦੇ ਅੰਦਰ ਪ੍ਰਗਟ ਹੋ ਗਿਆ ਹੈ, ਦਾਸਾ ਭਾਵ ਨੂੰ ਧਾਰਨ ਕਰਕੇ ਤਿਨਾਂ ਤੋਂ ਬਲਿਹਾਰ ਕੁਰਬਾਨ ਜਾਣਾ ਕਰੋ। ਭਾਵ ਸਦਾ ਹੀ ਤਿਨਾਂ ਦੀ ਆਗਿਆ ਵਿੱਚ ਰਹਿ ਕਰਕੇ ਸੇਵਾ ਕਰਦਿਆਂ ਬੰਦਗੀ ਕਰਨਾ ਕਰੋ, ਤੁਸੀਂ ਵੀ ਪਰਮ ਆਨੰਦ ਨੂੰ ਪ੍ਰਾਪਤ ਕਰਨਾ ਕਰੋਗੇ। ਇਸੇ ਪ੍ਰਕਾਰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਨੇੜੇ ਨੇੜੇ ਵਸਣੇ ਵਾਲੇ ਹਾਂ ਉਹ ਤਾਂ ਹਰ ਰੋਜ਼ ਆ ਕੇ ਦਰਸ਼ਨ ਕਰ ਸਕਦੇ ਆ, ਪਰ ਜਿਹੜੇ ਦੂਰ ਵਸਦੇ ਨੇ ਉਹ ਤੇ ਹਰ ਰੋਜ਼ ਆ ਕੇ ਦਰਸ਼ਨ ਇੱਥੇ ਨਹੀਂ ਨਾ ਕਰ ਸਕਦੇ, ਹਰ ਰੋਜ਼ ਇਸ਼ਨਾਨ ਨਹੀਂ ਨਾ ਕਰ ਸਕਦੇ। ਜਿਸ ਸਥਾਨ ਤੇ ਸਾਧ ਸੰਗਤ ਜੀ ਤੁਸੀਂ ਬੈਠੇ ਹੋ, ਉਹ ਸਥਾਨ ਬੜੀ ਦੂਰ ਹੈ, ਰਾਮਸਰ ਸਾਹਿਬ ਸਰੋਵਰ ਅੰਮ੍ਰਿਤਸਰ। ਨਿਤਾ ਪ੍ਰਤੀ ਇਸ਼ਨਾਨ ਕਰਨ ਨਹੀਂ ਜਾਇਆ ਜਾ ਸਕਦਾ। ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਗੁਰਸਿੱਖ ਦੂਰ ਦੂਰ ਥਾਵਾਂ ਤੇ ਵਸਦੇ ਨੇ, ਦੇਸਾਂ ਵਿਦੇਸ਼ਾਂ ਪ੍ਰਦੇਸਾਂ ਵਿੱਚ ਵਸਦੇ ਨੇ। ਹੁਣ ਹਰ ਰੋਜ਼ ਇਸ਼ਨਾਨ ਕਰਨ ਤੇ ਨਹੀਂ ਨਾ ਆ ਸਕਦੇ। ਸੱਚੇ ਪਾਤਸ਼ਾਹ ਜਿਹੜੇ ਅਸੀਂ ਦੂਰੋਂ ਚੱਲ ਕੇ ਆਏ ਆ, ਹਰ ਰੋਜ਼ ਇਸ਼ਨਾਨ ਕਰਨ ਨਹੀਂ ਆ ਸਕਦੇ, ਉਹਨਾਂ ਨੂੰ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨੇ ਦਾ ਮਹਾਤਮ ਕਿਵੇਂ ਪ੍ਰਾਪਤ ਹੋ ਸਕਦਾ ਹੈ? ਅਸੀਂ ਤਾਂ ਫਿਰ ਵਾਂਝੇ ਰਹਿ ਜਾਵਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਸਿੱਖੋ ਜਦੋਂ ਅੰਮ੍ਰਿਤ ਵੇਲੇ ਉੱਠ ਕਰਕੇ ਘਰ ਦੇ ਵਿੱਚ ਇਸ਼ਨਾਨ ਕਰਦੇ ਹੋ ਨਾ, ਇਸ਼ਨਾਨ ਕਰਦੇ ਸਮੇਂ ਇਸ ਸ਼ਬਦ ਦਾ ਪਾਠ ਕਰਿਆ ਕਰੋ। ਇਸ ਸ਼ਬਦ ਦਾ ਪਾਠ ਕਰਨੇ ਦੇ ਨਾਲ ਘਰ ਦੇ ਵਿੱਚ ਇਸ਼ਨਾਨ ਕਰਦਿਆਂ ਹੀ ਰਾਮਸਰ ਸਾਹਿਬ ਸਰੋਵਰ ਦੇ ਇਸ਼ਨਾਨ ਕਰਨੇ ਦਾ ਮਹਾਤਮ ਪ੍ਰਾਪਤ ਹੋ ਜਾਇਆ ਕਰੇਗਾ। ਤੇ ਸਾਧ ਸੰਗਤ ਜੀ, ਜਿਨ੍ਹਾਂ ਨੂੰ ਇਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਖੀ ਦਾ ਪਤਾ ਹੈ ਤੇ ਨਾਲ ਹਿਰਦੇ ਦੇ ਅੰਦਰ ਭਾਵਨਾ ਹੈ, ਇਸ ਸ਼ਬਦ ਨੂੰ ਤਿੰਨਾਂ ਨੇ ਕੰਠ ਕੀਤਾ ਹੋਇਆ ਹੈ, ਤੇ ਜਿਸ ਵੇਲੇ ਇਸ਼ਨਾਨ ਕਰਦੇ ਨੇ ਉਦੋਂ ਫਿਰ ਇਸ ਸ਼ਬਦ ਦਾ ਪਾਠ ਕਰਦੇ ਨੇ। ਇਸੇ ਪ੍ਰਕਾਰ ਬਸੰਤ ਕੀ ਵਾਰ 3 ਪੌੜੀਆਂ ਵਾਲੀ ਵਾਰ ਹੈ, ਉਸ ਦਾ ਵੀ ਜਿਹੜਾ ਪਾਠ ਹੈ ਇਸ਼ਨਾਨ ਕਰਨ ਦੇ ਸਮੇਂ ਕੀਤਾ ਜਾਂਦਾ ਹੈ। ਤੇ ਕਈ ਜਗਿਆਸੂਆਂ ਦਾ ਸਵਾਲ ਹੁੰਦਾ, ਜੀ ਇਸ਼ਨਾਨ ਕਰਦੇ ਸਮੇਂ ਕਦੋਂ ਇਸ ਦਾ ਪਾਠ ਕਰਨਾ ਹੈ? ਪਹਿਲਾਂ ਜਦੋਂ ਜਲ ਤਨ ਦੇ ਉੱਪਰ ਪਾਇਆ ਜਾਂਦਾ ਹੈ, ਉਪਰੰਤ ਸਾਬਣ ਦੇ ਨਾਲ ਸਰੀਰ ਨੂੰ ਧੋਤਾ ਜਾਂਦਾ ਹੈ ਨਾ। ਜਦੋਂ ਸਾਬਣ ਦੇ ਨਾਲ ਸਰੀਰ ਧੋ ਲਿਆ, ਉਪਰੰਤ ਸਰੀਰ ਦੇ ਉੱਪਰ ਜਲ ਪਾਉਣਾ ਤੇ ਨਾਲ ਨਾਲ ਇਸ ਸ਼ਬਦ ਦਾ ਪਾਠ ਕਰਨਾ ਹੈ। ਇਹ ਵਿਧੀ ਹੈ। ਤੇ ਹਜ਼ੂਰ ਦਾ ਬਚਨ ਹੈ, ਜਿਹੜੇ ਇਸ ਪ੍ਰਕਾਰ ਇਸ਼ਨਾਨ ਕਰਨਗੇ, ਇਸ਼ਨਾਨ ਕਰਦਿਆਂ ਸ਼ਬਦ ਦਾ ਪਾਠ ਕਰਨਗੇ, ਰਾਮਸਰ ਸਾਹਿਬ ਜੀ ਸਰੋਵਰ ਦੇ ਇਸ਼ਨਾਨ ਦਾ ਮਹੱਤਵ ਇਹ ਸਾਰਾ ਗੁਰੂ ਜੀ ਦਇਆਲਤਾ ਕਰਕੇ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਰਾਮਸਰ ਸਾਹਿਬ ਸਰੋਵਰ ਦੇ ਇਸ਼ਨਾਨ ਦਾ ਮਹਾਤਮ ਸ਼ਬਦ ਦੁਆਰਾ ਹੀ ਕਿਰਪਾ ਕਰਕੇ ਬਖਸ਼ਣਾ ਕੀਤਾ ਹੈ ਜੀ। ਇਹ ਇਸ ਸ਼ਬਦ ਦੇ ਅਖਰੀ ਅਰਥ ਨੇ। ਇਸੇ ਪ੍ਰਕਾਰ ਇਸੇ ਹੀ ਸ਼ਬਦ ਦੇ ਅੰਤਰੀਵ ਭਾਵ ਅੰਤਰੀਵ ਅਰਥ ਹਨ, ਜੋ ਉਹ ਸ਼ਰਵਣ ਕਰਨਾ ਕਰੀਏ ਜੀ। ਨਿਤ ਪ੍ਰਤ ਨਹਾਵਣ ਰਾਮਸਰ ਕੀਜੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਵੇਂ ਆਪ ਜੀ ਨੇ ਪ੍ਰਗਟ ਹੀ ਸਰੋਵਰ ਬਣਾਏ ਨੇ, ਸੰਤੋਖਸਰ ਸਾਹਿਬ, ਅੰਮ੍ਰਿਤਸਰ ਸਾਹਿਬ, ਰਾਮਸਰ ਸਾਹਿਬ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਹੀ ਇੱਕ ਤੀਰਥ ਨਾਮ ਦਾ ਵੀ ਦੱਸਿਆ ਹੈ। ਆਪ ਜੀ ਦੀ ਪਾਵਨ ਗੁਰਬਾਣੀ ਹੈ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਸੱਚੇ ਪਾਤਸ਼ਾਹ ਜੀ ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦਾ ਸਾਡੇ ਸ਼ੰਕਾ ਨਾ ਆ ਜਾਵੇ, ਅਸੀਂ ਤੀਰਥ ਕਿਸ ਨੂੰ ਮੰਨੀਏ? ਨਾਮ ਰੂਪੀ ਸਰੋਵਰ ਨੂੰ ਤੀਰਥ ਮੰਨੀਏ ਜਾਂ ਪ੍ਰਤੱਖ ਸਰੋਵਰਾਂ ਨੂੰ ਤੀਰਥ ਮੰਨੀਏ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ ਉਹ ਅੰਤਰੀਵ ਤੀਰਥ ਹੈ, ਇਹ ਪ੍ਰਤੱਖ ਤੀਰਥ ਹਨ।
ਜਦ ਤੱਕ ਪ੍ਰਤੱਖ ਚੀਜ਼ ਨੂੰ ਨਾ ਦੇਖਿਆ ਜਾਵੇ ਨਾ, ਉਦੋਂ ਤੱਕ ਪ੍ਰਮਾਣ ਨਹੀਂ ਮਿਲਦਾ, ਤੇ ਜਦੋਂ ਤੱਕ ਪ੍ਰਮਾਣ ਨਾ ਮਿਲੇ ਉਦੋਂ ਤੱਕ ਮਨ ਦੀ ਤਸੱਲੀ ਨਹੀਂ ਹੁੰਦੀ ਹੈ। ਜਿਹੜੇ ਭਾਵਨਾ ਵਾਲੇ ਨੇ ਉਹ ਤੇ ਕਦੇ ਗੁਰੂ ਕੇ ਬਚਨਾਂ ਤੇ ਕਿੰਤੂ ਕਰਦੇ ਹੀ ਨਹੀਂ, ਪਰ ਬਹੁਤ ਸਾਰੇ ਗੁਰਮੁਖ ਪਿਆਰੇ ਕਈ ਵਾਰ ਅਗਿਆਨੀਆਂ ਦੀ ਮੱਤ ਨੂੰ ਧਾਰਨ ਕਰਕੇ ਜਾਂ ਉਹਨਾਂ ਤੋਂ ਸੁਣ ਕੇ ਸ਼ੰਕਾਵਾਦੀ ਹੋ ਜਾਂਦੇ ਨੇ। ਜਦੋਂ ਤਿੰਨਾਂ ਨੂੰ ਕਿਸੇ ਪਾਸੋਂ ਜਵਾਬ ਨਹੀਂ ਮਿਲਦਾ, ਜਾਂ ਘੱਟ ਗੁਰਬਾਣੀ ਪੜ੍ਹਨੇ ਕਰਕੇ ਗੁਰਬਾਣੀ ਚੋਂ ਪ੍ਰਮਾਣ ਨਹੀਂ ਮਿਲਦਾ, ਫਿਰ ਕਈ ਵਾਰ ਸਾਧ ਸੰਗਤ ਜੀ ਖਿਮਾ ਕਰਨਾ, ਹਿਰਦਿਆਂ ਵਿੱਚ ਸ਼ੰਕਾ ਆ ਜਾਂਦੀ ਏ। ਕੋਈ ਦੀਵੇ ਬਾਲ ਕੇ ਆਰਤੀ ਤੇ ਕਿੰਤੂ ਕਰੀ ਜਾਂਦਾ। ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀਵੇ ਬਾਲ ਕੇ ਆਰਤੀ ਹੁੰਦੀ ਹੈ, ਫਿਰ ਕੀ ਹੋ ਗਿਆ ਜੀ? ਕਹਿੰਦੇ ਬ੍ਰਾਹਮਣਵਾਦ ਹੈ। ਭਾਈ ਬ੍ਰਾਹਮਣਾਂ ਨੇ ਲਾਇਸੈਂਸ ਲਿਆ ਕਿ ਦੀਵੇ ਉਹ ਬਾਲ ਸਕਦੇ ਨੇ? ਕਿ ਸਿੱਖਾਂ ਨੂੰ ਇਸ ਪ੍ਰਕਾਰ ਅਧਿਕਾਰ ਨਹੀਂ? ਕਿਸੇ ਦੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਾ ਸੀ, ਮਨਾ ਕਰ ਦਿੱਤਾ ਜੀ ਦੀਵਾ ਨਹੀਂ ਬਾਲਣਾ, ਜੋਤ ਨਹੀਂ ਜਗਾਉਣੀ। ਕਿਉਂ ਨਹੀਂ ਜਗਾਉਣੀ ਜੀ? ਬ੍ਰਾਹਮਣਵਾਦ ਹੈ। ਤੇ ਫਿਰ ਜਿਸ ਨੂੰ ਸਵਾਲ ਕੀਤਾ ਗਿਆ ਉਸਨੇ ਅੱਗੋਂ ਪੁੱਛ ਲਿਆ, ਕਹਿੰਦੇ ਭਾਈ ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਤੇ ਸੰਗਤਾਂ ਨੇ ਖੁਸ਼ੀ ਪ੍ਰਗਟ ਕਰਨ ਵਾਸਤੇ ਕੀ ਕੀਤਾ ਸੀ? ਕਹਿੰਦਾ ਜੀ ਉਹ ਤਾਂ ਖੁਸ਼ੀ ਪ੍ਰਗਟ ਕਰਨ ਵਾਸਤੇ ਸਾਰੇ ਸ਼ਹਿਰ ਦੇ ਵਿੱਚ ਘਿਓ ਦੇ ਦੀਵੇ ਬਾਲੇ ਸਨ। ਤੇ ਫਿਰ ਜਵਾਬ ਦੇਣ ਵਾਲੇ ਨੇ ਕਿਹਾ ਵੀ ਇੱਕ ਸਤਿਗੁਰੂ ਸਾਹਿਬ ਜੀ ਸ਼ਹਿਰ ਦੇ ਵਿੱਚ ਆਏ ਤੇ ਖੁਸ਼ੀ ਦੇ ਨਾਲ ਘਿਓ ਦੇ ਦੀਵੇ ਬਾਲੇ ਗਏ, ਤੇ ਤੇਰੇ ਘਰੇ ਤੇ 10 ਸਤਿਗੁਰੂ ਸਾਹਿਬਾਨ ਜੀ ਆਏ ਨੇ, ਤੇਰੇ ਮਨ ਵਿੱਚ ਕੋਈ ਖੁਸ਼ੀ ਨਹੀਂ ਕਿ ਸਤਿਗੁਰੂ ਜੀ ਦਾ ਸਤਿਕਾਰ ਕਰਾਂ? ਤੂੰ ਵੀ ਘਿਓ ਦੇ ਦੀਵੇ ਬਾਲ, ਤੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਨਾ ਕਰ, ਅਦਬ ਕਰਨਾ ਕਰ। ਇਸੇ ਪ੍ਰਕਾਰ ਕਹਿੰਦੇ ਜੀ ਇਹ ਬ੍ਰਾਹਮਣਵਾਦ ਹੈ। ਭਾਈ ਇਹ ਬ੍ਰਾਹਮਣਵਾਦ ਨਹੀਂ। ਜੇ ਗੁਰੂ ਕਾ ਇਤਿਹਾਸ ਪੜ੍ਹਨਾ ਕਰੀਏ ਤੇ ਪਤਾ ਲੱਗਦਾ ਹੈ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਗਦਾਦ ਗਏ ਨੇ ਨਾ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਤੇ ਸਤਿਗੁਰੂ ਜੀ ਨੂੰ ਚੋਟ ਦਿਓ ਦਾ ਹੁਕਮ ਦੇਣਾ ਕੀਤਾ ਸੀ, ਪਰ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ੰਕਿਆਂ ਦੀ ਨਿਵਰਤੀ ਕੀਤੀ, ਬਲ ਸਤਿਗੁਰੂ ਜੀ ਦੇ ਅੱਗੇ ਹਾਰ ਗਿਆ, ਚਰਨੀ ਪੈ ਕਰਕੇ ਕਹਿਣ ਲੱਗਾ, ਮਹਾਰਾਜ ਆਪ ਜੀ ਵੱਡੇ ਹੋ, ਆਪ ਜੀ ਵੱਡਿਆਂ ਤੋਂ ਵੀ ਵੱਡੇ ਹੋ, ਤੁਹਾਡੇ ਤੇ ਮੇਰੀ ਸ਼ਕਤੀ ਦਾ, ਮੇਰੇ ਬਲ ਦਾ ਜ਼ੋਰ ਨਹੀਂ ਚੱਲਦਾ। ਪਰ ਜਿਹੜੇ ਤੁਸਾਂ ਨੇ ਆਪਣੀ ਬਾਣੀ ਵਿੱਚ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਕਹੇ ਨੇ, ਉਹ ਮਨ ਨਹੀਂ ਮੰਨਦਾ। ਮੁਹੰਮਦ ਸਾਹਿਬ ਜੀ ਨੇ ਕੇਵਲ 14 ਤਬ ਕੀ ਕਹੇ ਨੇ ਕਿ ਮੁਹੰਮਦ ਸਾਹਿਬ ਜੀ ਨੇ ਝੂਠ ਬੋਲਿਆ। ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਮੁਹੰਮਦ ਸਾਹਿਬ ਨੇ ਸੱਚ ਹੀ ਬੋਲਿਆ। ਫਿਰ ਸਵਾਲ ਕਰ ਦਿੱਤਾ, ਮਹਾਰਾਜ ਜੇ ਮੁਹੰਮਦ ਸਾਹਿਬ ਜੀ ਨੇ ਸੱਚ ਬੋਲਿਆ ਤੇ ਫਿਰ ਤੁਸਾਂ ਝੂਠ ਬੋਲਿਆ? ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਅਸਾਂ ਵੀ ਸੱਚ ਹੀ ਬੋਲਿਆ। ਕਹਿਣ ਲੱਗਾ ਗਰੀਬ ਨਿਵਾਜ, ਇਹ ਕਿਵੇਂ ਹੋ ਸਕਦਾ ਹੈ? ਮੁਹੰਮਦ ਸਾਹਿਬ ਨੇ ਕਹੇ ਨੇ 14 ਤਬਕ, ਤੇ ਤੁਸਾਂ ਕਹੇ ਨੇ ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ, ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ। ਇੱਥੇ ਵੀ ਅੰਤ ਨਹੀਂ। ਓੜਕ ਓੜਕ ਭਾਲ ਥਕੇ, ਅੰਤ ਲੱਭਦਿਆਂ ਲੱਭਦਿਆਂ ਥੱਕ ਗਏ, ਅੰਤ ਆਇਆ ਹੀ ਨਹੀਂ ਕਿ ਕਿੰਨੇ ਲੱਖਾਂ ਕਰੋੜਾਂ ਤਬਕ ਨੇ। ਮਹਾਰਾਜ ਮੁਹੰਮਦ ਸਾਹਿਬ ਜੀ ਨੇ 14 ਕਹੇ ਤੇ ਤੁਸਾਂ ਕਹੇ ਲੱਖਾਂ। ਜੇ 14 ਨੇ ਇਹ ਗੱਲ ਸੱਚ ਹੈ ਤੇ ਫਿਰ ਤੁਹਾਡੀ ਲੱਖਾਂ ਵਾਲੀ ਗੱਲ ਝੂਠ ਹੈ, ਤੁਸਾਂ ਲੱਖਾਂ ਕਿਉਂ ਕਹਿ ਦਿੱਤੇ? ਪਰ ਮਹਾਰਾਜ ਜੇ ਸੱਚਮੁੱਚ ਹੀ ਲੱਖਾਂ ਨੇ ਤੇ ਮੁਹੰਮਦ ਸਾਹਿਬ ਜੀ ਨੇ ਸਿਰਫ 14 ਕਹੇ, ਫਿਰ ਤੇ ਮੁਹੰਮਦ ਸਾਹਿਬ ਦਾ ਬਚਨ ਝੂਠਾ ਹੋਇਆ ਨਾ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਇਆ, ਪਿਆਰਿਆ ਨਾ ਮੁਹੰਮਦ ਸਾਹਿਬ ਦਾ ਬਚਨ ਝੂਠਾ ਤੇ ਨਾ ਸਾਡਾ ਝੂਠਾ। ਕਹਿੰਦਾ ਜੀ ਦੋਵੇਂ ਸੱਚ ਕਿਵੇਂ ਹੋ ਸਕਦੇ ਨੇ? ਹਜ਼ੂਰ ਨੇ ਫਰਮਾਇਆ, ਜਿੰਨਾ ਗਿਆਨ ਮੁਹੰਮਦ ਸਾਹਿਬ ਜੀ ਨੂੰ ਵਾਹਿਗੁਰੂ ਨੇ ਬਖਸ਼ਿਆ ਸੀ ਉਹਨਾਂ ਨੇ ਕਥਨ ਕਰ ਦਿੱਤੇ, ਜਿੰਨਿਆਂ ਤੱਕ ਉਹਨਾਂ ਦੀ ਪਹੁੰਚ ਸੀ, ਉਹਨਾਂ ਨੂੰ ਨਜ਼ਰ ਆਉਂਦੇ ਸੀ, ਉਹਨਾਂ ਨੇ ਦੱਸ ਦਿੱਤੇ। ਜਿੰਨੇ ਸਾਡੇ ਪ੍ਰਮਾਤਮਾ ਜੀ ਨੇ ਸਾਨੂੰ ਦਿਖਾ ਦਿੱਤੇ, ਸਾਨੂੰ ਗਿਆਨ ਬਖਸ਼ਿਆ, ਉਹਨੇ ਅਸੀਂ ਦੱਸ ਦਿੱਤੇ। ਕਹਿਣ ਲੱਗਾ ਜੀ ਗੱਲ ਤੇ ਤੁਹਾਡੀ ਠੀਕ ਹੈ, ਪਰ ਨਿਸ਼ਚਾ ਨਹੀਂ ਆਉਂਦਾ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਚੱਲ ਫਿਰ ਸਾਡੇ ਨਾਲ ਤੈਨੂੰ ਦਰਸ਼ਨ ਕਰਾ ਕੇ ਲਿਆਈਏ। ਕਹਿੰਦਾ ਜੀ ਮੈਂ ਤੇ ਬੁੱਢਾ ਹਾਂ, ਇੰਨੇ ਆਕਾਸ਼ਾਂ ਪਤਾਲਾਂ 'ਚ ਘੁੰਮਦਾ ਫਿਰਦਾ ਹੀ ਮਰ ਜਾਊਂਗਾ। ਮੇਰਾ ਬੇਟਾ ਨੌਜਵਾਨ ਹੈ, ਸ਼ਰ੍ਹਾ ਦਾ ਬੜਾ ਪੱਕਾ ਹੈ, ਇਸਲਾਮ ਦਾ ਧਾਰਨੀ ਹੈ, ਇਸ ਨੂੰ ਦਿਖਾ ਦਿਓ। ਜੇ ਇਸ ਨੇ ਕਹਿ ਦਿੱਤੇ ਲੱਖਾਂ ਨੇ ਤੇ ਮੈਂ ਮੰਨ ਜਾਵਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਸਤਗੀਰ ਦੇ ਬੇਟੇ ਦੀਆਂ ਅੱਖਾਂ ਬੰਦ ਕਰਵਾਈਆਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ, ਭਰ ਕਚਕੌਲ ਪ੍ਰਸਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ। ਬੜਾ ਵਿਸ਼ਾਲ ਪ੍ਰਸੰਗ ਹੈ, ਵੱਡਾ ਭਾਰੀ।
सूक्ष्म रूप के अंदर बेनती करा, क्योंकि केवल तो केवल तत् ही लेना, प्रमाण ही लेना है। लखां आकाश लखां पाताल दिखाए ने, ते महाराज जी कहते तेरा बापू बड़ा शंकावादी है, तू जुबानी कह दिता उसने मनना नहीं, कोई निशानी लै ला। तो फिर पीरां दे कोल जिहड़ी लकड़ दी चिप्पी हुंदी है ना, मुसलमान पीरां दे कोल उसनूं कचकौल कहंदे ने। वो कड़ाह प्रसाद किनका किनका जिथे जिथे भी जांदे लैंदे गए, वो सारी चिप्पी भर गई, जिहड़ी आकर के इसने अपने बाप नूं दिखाउणा कीती सी, दस्तगीर नूं दिखाउणा कीती सी। ते फिर इतिहास विच बचन आउंदे ने, जिथे जिथे गुरु नानक देव साहब जी जांदे ने ना, आकाशां दे विच भी ते पातालां दे विच भी संगतां घिओ दे दीवे बाल के सतगुरु सच्चे पातशाह महाराज साहब जी दी आरती करदियां ने। भाई ये साडा इतिहास है, सतगुरु नानक देव सच्चे पातशाह जी दी आरती हुंदी रही है। ते फिर अगला शंका आ जांदा जी, जदों सतगुरु सच्चे पातशाह जी जगन्नाथपुरी गए ते महाराज साहब जी ने जगन्नाथ दी मूर्ति अगे जिहड़े दीवे जगा करके पंडे आरती करदे सन, उसदा खंडन कीता है। प्यारिओ, पत्थर दी मूर्ति दी आरती उतारन दा खंडन कीता है, सरगुण परमात्मा जी दी आरती उतारन दा खंडन नहीं। सतगुरु नानक देव सच्चे पातशाह जी परमात्मा जी दे सरगुण स्वरूप ने, महाराज साहब जी ने आरती करने वालियां नूं नहीं रोकिया। ते श्री गुरु ग्रंथ साहिब सच्चे पातशाह जी महाराज दसां ही पातशाहियां जी दी हाजर नाजर प्रगट जोत ने, प्रगट स्वरूप ने। ते जे एक गुरु साहिबान जी दी आरती आकाशां पातालां दे विच हुंदी है, ते की सचखंड दरबार दे अंदर श्री गुरु ग्रंथ साहिब सच्चे पातशाह जी दी आरती नहीं होनी चाहिदी? इस दे विच किते प्रकार दा कोई निषेध अथवा मनमत नहीं। जेड़े इस प्रकार समझदे अथवा मन बैठे ने, जां ते वो अज्ञानी ने, ते मुआफ करना, जां फिर अज्ञानियां दे पिछे लग करके मार्ग तो खुंज गए होए गए ने, शंकावादी हो गए ने। एक गुरमत दा अंग है। इसे प्रकार किया जाता नहीं जी ये मनमत है, आरती ते करनी नहीं चाहिए। एक ने सवाल किया जी आरती नहीं करनी चाहिए। दास ने फिर निमरता दे नाल कह दिता, प्यारिया क्यों नहीं करनी चाहिए? कहंदा जी आरती तो हो रही है, गुरु नानक देव साहब जी ने उचारिया ना, गगन मै थाल, जेड़ा आकाश है यह थाल स्वरूप है। रव चंद दीपक बने, सूरज ते जेड़े चंद्रमा ने ये दीवे ने। इस प्रकार जितने तारा मंडल सारे मोती ने। हवा जिहड़ी ये चौर कर रही है, आरती ते सुते हो रही है। प्यारिया हो रही है, पर वो निर्गुण दी आरती हो रही है, सरगुण दी नहीं। फिर उसनू सवाल कर दिता, फिर तो तुहानू चौर साहब भी नहीं करना चाहिए, चौर साहब बंद कर दिओ। कहंदा जी ये ते मर्यादा है। फिर दास ने अगली पंक्ति पढ़ के सुना दी, गुरबाणी च यह भी तो लिखिया ना, पवन चौरो करे। फिर हवा चौर साहब कर रही है, तेरे चौर की की लोड़ है? कहंदा जी मर्यादा है। फिर बेनती की, प्यारिया जिवें चौर साहब जी की मर्यादा है ना, इवें दीवे जगा के आरती करने की भी मर्यादा है। जेड़ी मर्यादा सुते सिद्ध हो रही है, वो वैराट स्वरूप परमात्मा जी दे निर्गुण स्वरूप की हो रही है। जेड़ी दीवे बाल के आरती ते चौर साहब श्री गुरु ग्रंथ साहब जी नूं हो रहा है, ये सरगुण की आरती ते सरगुण ते चौर साहब हो रहा है। इस प्रकार निर्गुण ते सरगुण का भेद है, अंतरीव अते बाहर का भेद है। सतगुरु सच्चे पातशाह जी ने बचन करना कीता, अंतरगत तीर्थ मल नहाओ, तीर्थ नहावन जाओ, तीर्थ नाम है। प्यारे वो जिहड़ा तीर्थ है ना, वो अंतरीव नाम का तीर्थ है। ते जिस चीज का बाहर प्रमाण ही ना होवे, हुण ब्रह्म ज्ञान का अनुभव दसना होवे, मुकम्मल रूप विच ना कहिया जा सकता, ना दसिया जा सकता, कथन ते हो ही नहीं सकता, ना लिखिया जा सकता। पर एक प्रमाण दिता जाता है, नाम जपत कोट सूर उजारा। नाम जपण वालियां दे हिरदे दे अंदर ब्रह्म ज्ञान का जिहड़ा प्रकाश हुंदा ना, करोड़ां सूरजां वर्गा चानण हुंदा उहदा। बिनसै भरम अंधेरा, फिर भरमां दा सारा अज्ञानता दा हनेरा नाश हो जाता है। बाहरों सूरज का प्रमाण दिता गया ते अंदरले प्रकाश की समझ आई ना, ते जे बाहर प्रमाण ना होवे ते अंतरीव भाव समझ नहीं आया करता। सतगुरु सच्चे पातशाह जी ने बचन करना कीता, प्यारिओ ये बाहरी तीर्थ है। जिवें बाहरी तीर्थ दे विच इशनान करने दे नाल तन मन दी मैल उतरदी है, इसे प्रकार अंतरीव तीर्थ दे अंदर इशनान करने दे नाल करोड़ां जन्मां जन्मांतरां दे पाप विकारां दी मैल उतर जांदी है। वो अंतरीव तीर्थ है, ये बाहरी तीर्थ है। इस प्रकार सतगुरु सच्चे पातशाह जी ने सो भेद जिहड़ा सी वो प्रगट करके संख्या की निवृत्ति करना कीती है। गरीब निवाज सच्चे पातशाह जी जो बाहरी तीर्थ आप जी ने रामसर साहिब प्रगट किया है, शुभ स्थान, इसकी महिमा ते आप जी ने दस दी है।
ਹੁਣ ਕਿਰਪਾਲਤਾ ਕਰਕੇ ਅੰਤਰੀਵ ਤੀਰਥ ਦੀ ਮਹਿਮਾ ਵੀ ਪ੍ਰਗਟ ਕਰੋ। ਅੰਤਰੀਵ ਤੀਰਥ ਕੈਸਾ ਹੈ ਜੀ? ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਹਨ, ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ। ਪਿਆਰਿਓ, ਹਿਰਦੇ ਦੇ ਅੰਦਰ ਰਾਮ ਸਰ ਰਮੇ ਹੋਏ ਪਰਮਾਤਮਾ ਜੀ ਦੇ ਨਾਮ ਦਾ ਸਰ ਸਰੋਵਰ ਹੈ। ਅੰਤਰਗਤ ਤੀਰਥ ਉਸੇ ਨੂੰ ਆਖਿਆ ਹੈ। ਮਲ ਕਰਕੇ ਉਸੇ ਦੇ ਵਿੱਚ ਇਸ਼ਨਾਨ ਕਰਨਾ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠਣਾ, ਸੱਜ ਜਾਣਾ, ਫਿਰ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਅੰਤਰਮੁਖੀ ਬਿਰਤੀ ਕਰਕੇ, ਅੰਤਰਮੁਖੀ ਧਿਆਨ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਨਾ, ਇਹ ਹਿਰਦੇ ਸਰੋਵਰ ਦੇ ਅੰਦਰ ਇਸ਼ਨਾਨ ਕਰਨਾ ਹੈ। ਇਸੇ ਪ੍ਰਕਾਰ ਇੱਕ ਤੀਰਥ ਹੋਰ ਹੈ ਮਹਾਰਾਜ, ਉਹ ਕਿਹੜਾ ਏ? ਤੇ ਗਰੀਬ ਨਿਵਾਜ ਫਰਮਾਵਣਾ ਕਰਦੇ, ਪਿਆਰਿਓ, ਸਤ ਸੰਗਤ ਰੂਪੀ ਤੀਰਥ ਹੈ। ਗਰੀਬ ਨਿਵਾਜ ਤੇ ਇਸ ਦੇ ਪ੍ਰਥਾਏ ਕਥਨ ਕਰੋ। ਤੇ ਸਾਹਿਬ ਜੀ ਫਰਮਾਉਂਦੇ ਹਨ, ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ। ਜੋ ਰਾਮ ਜੀ ਦੇ ਨਾਮ ਦਾ ਸਰੋਵਰ ਸਤ ਸੰਗਤ ਹੈ, ਇਸ ਸਤ ਸੰਗਤ ਦੇ ਵਿੱਚ ਹਰ ਰੋਜ਼ ਆਉਣਾ ਹੈ। ਵਾਹਿਗੁਰੂ ਜੀ ਦੇ ਨਾਮ ਦਾ ਕੀਰਤਨ ਸਰਵਣ ਕਰਨਾ ਹੈ, ਕੀਰਤਨ ਗਾਇਨ ਕਰਨਾ ਹੈ, ਗੁਰਬਾਣੀ ਦਾ ਪਾਠ ਕਰਨਾ ਤੇ ਸਰਵਣ ਕਰਨਾ ਹੈ। ਵਾਹਿਗੁਰੂ ਜੀ ਦੀ ਨਾਮ ਬਾਣੀ ਦੀ ਸਿਫਤ ਸਲਾਹ ਕਰਨੀ ਤੇ ਸਰਵਣ ਕਰਨੀ ਹੈ। ਇਸ ਪ੍ਰਕਾਰ ਸਤ ਸੰਗਤ ਦੇ ਅੰਦਰ ਸਿਫਤ ਸਲਾਹ ਕਰਨੀ ਤੇ ਸਰਵਣ ਕਰਨੀ ਹੈ। ਇਹ ਸਤ ਸੰਗਤ ਰੂਪੀ ਤੀਰਥ ਦਾ ਸਾਧ ਸੰਗਤ ਜੀ ਇਸ਼ਨਾਨ ਹੈ। ਜਿਵੇਂ ਪ੍ਰਤੱਖ ਸੋ ਜਲ ਦੇ ਜਿਹੜੇ ਸੋਮੇ ਨੇ, ਤਲਾਬ ਨੇ, ਢਾਬ ਹੈ, ਨਦੀ ਹੈ, ਦਰਿਆ ਹੈ, ਉਸ ਦੇ ਅੰਦਰ ਜਲ ਪ੍ਰਗਟ ਹੁੰਦਾ ਨਾ, ਸਤ ਸੰਗਤ ਰੂਪੀ ਸਰੋਵਰ ਦੇ ਅੰਦਰ ਨਾਮ ਰੂਪੀ ਜਲ ਜੋ ਹੈ ਇਹ ਲਬਾਲਬ ਭਰਿਆ ਹੋਇਆ ਹੈ। ਸਤ ਸੰਗਤ ਰੂਪੀ ਸਰੋਵਰ ਨਾਮ ਦੇ ਨਾਲ ਭਰਿਆ ਹੋਇਆ ਹੈ। ਇਸ ਕਰਕੇ ਜਿਹੜਾ ਸਤ ਸੰਗਤ ਦੇ ਵਿੱਚ ਬੈਠ ਕਰਕੇ ਨਾਮ ਦਾ ਸਿਮਰਨ ਕਰਨਾ ਹੈ, ਜਪਣਾ ਹੈ, ਆਰਾਧਨਾ ਹੈ, ਅਥਵਾ ਕਥਾ ਕੀਰਤਨ ਗੁਰਬਾਣੀ ਦਾ ਸਰਵਣ ਕਰਨਾ ਹੈ, ਇਹ ਰਾਮ ਸਰ, ਰਾਮ ਪਰਮਾਤਮਾ ਵਾਹਿਗੁਰੂ ਜੀ ਦੇ ਸਤ ਸੰਗਤ ਰੂਪੀ ਇਸ਼ਨਾਨ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ। ਐਸਾ ਜਿਹੜਾ ਇਸ਼ਨਾਨ ਹੈ ਇੱਕ ਦਿਨ ਨਹੀਂ, ਨਿਤ ਪ੍ਰਤ, ਨਿਤਾ ਪ੍ਰਤੀ ਹਰ ਰੋਜ਼ ਬਿਨ ਨਾਗਾ ਨਹਾਵਣ ਰਾਮ ਸਰ ਕੀਜੈ। ਪਰਮਾਤਮਾ ਜੀ ਦੇ ਨਾਮ ਦਾ ਭਰਿਆ ਹੋਇਆ ਸਰੋਵਰ ਜੋ ਸਤ ਸੰਗਤ ਹੈ ਪਿਆਰਿਓ, ਤੇ ਇਸ ਨੂੰ ਨਿਤਾ ਪ੍ਰਤੀ ਹੀ ਕਰਨਾ ਕਰੋ। ਹਰ ਰੋਜ਼ ਸਤ ਸੰਗਤ ਦੇ ਵਿੱਚ ਆ ਕਰਕੇ ਵਾਹਿਗੁਰੂ ਜੀ ਦਾ ਨਾਮ ਉਚਾਰਨਾ ਕਰੋ। ਸਤਨਾਮ ਸ੍ਰੀ ਵਾਹਿਗੁਰੂ। ਝੂਲ ਮਹਾਰਸ ਹਰ ਅੰਮ੍ਰਿਤ ਪੀਜੈ। ਤੇ ਜਿਵੇਂ ਪ੍ਰਤੱਖ ਸਰੋਵਰ ਦੇ ਉੱਪਰ ਜਲ ਦੇ ਉੱਪਰ ਜਾਲਾ ਆ ਜਾਂਦਾ, ਹੱਥਾਂ ਦੇ ਨਾਲ ਪਰਾਂ ਕਰਕੇ ਇਸ਼ਨਾਨ ਕੀਤਾ ਜਾਂਦਾ ਨਾ, ਇਸੇ ਪ੍ਰਕਾਰ ਵਿਚਾਰ ਰੂਪੀ ਹੱਥਾਂ ਦੇ ਨਾਲ ਕਾਮ ਕ੍ਰੋਧ ਇਤਿਆਦਿਕ ਵਿਕਾਰਾਂ ਰੂਪੀ ਜਿਹੜਾ ਜਾਲਾ ਹੈ ਉਸ ਨੂੰ ਪਰਾਂ ਕਰ ਦੇਣਾ ਹੈ। ਇਸ ਪ੍ਰਕਾਰ ਪਰਾਂ ਕਰਕੇ ਮਹਾਰਸ ਅਤਿਅੰਤ ਵੱਡੇ ਰਸ ਵਾਲਾ ਜਿਹੜਾ ਹਰੀ ਪ੍ਰਮਾਤਮਾ ਜੀ ਦਾ ਅੰਮ੍ਰਿਤ ਨਾਮ ਹੈ ਤੇ ਇਸ ਨੂੰ ਸਤ ਸੰਗਤ ਦੁਆਰਾ ਪੀਵਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੁ ਭਾਈ। ਭਾਈ ਸਤ ਸੰਗਤ ਦੇ ਵਿੱਚ ਮਿਲ ਕਰਕੇ ਨਾਮ ਅੰਮ੍ਰਿਤ ਨੂੰ ਪੀਵਣਾ ਕਰੋ। ਜਿਹੜਾ ਨਾਮ ਅੰਮ੍ਰਿਤ, ਅੰਮ੍ਰਿਤ ਮੌਤ ਤੋਂ ਰਹਿਤ ਕਰਨੇ ਵਾਲਾ ਹੈ, ਜੰਮਣ ਮਰਨ ਨੂੰ ਕੱਟਣ ਵਾਲਾ ਹੈ, ਸਤ ਸੰਗਤ ਦੇ ਵਿੱਚ ਆ ਕਰਕੇ ਵਿਚਾਰ ਦਾ ਦੂਸਰਾ ਝੋਲ ਦਾ ਦੂਸਰਾ ਅਰਥ ਹੈ ਵਿਚਾਰ। ਜੋ ਗੁਰਬਾਣੀ ਦੀ ਵਿਚਾਰ ਕਰਨੀ ਅਥਾ ਸਰਵਣ ਕਰਨੀ ਹੈ ਨਾ, ਇਸ ਨੂੰ ਸ਼ਰਾਵਣ ਮੰਨਣ ਰੂਪੀ ਝੋਲ ਕਰਕੇ ਵਿਚਾਰ ਕਰਕੇ ਨਾਮ ਅੰਮ੍ਰਿਤ ਨੂੰ ਰਸਨਾ ਦੇ ਨਾਲ ਪੀਣਾ ਕਰੋ, ਭਾਵ ਰਸਨਾ ਦੇ ਨਾਲ ਜਪਣਾ ਕਰੋ। ਮਹਾਰਾਜ ਜਦੋਂ ਸ਼ਰਵਣ ਕਰਦੇ ਆ ਉਦੋਂ ਤੇ ਜਪਿਆ ਨਹੀਂ ਜਾਂਦਾ। ਤੇ ਸਾਹਿਬ ਜੀ ਫਰਮਾਨ ਕਰਦੇ ਨੇ, ਜਿਵੇਂ ਪ੍ਰਤੱਖ ਜਲ ਵੀ ਕਿਸੇ ਭਾਂਡੇ ਬਰਤਨ ਵਿੱਚ ਪਾ ਕਰਕੇ ਪੀਤਾ ਜਾਂਦਾ ਨਾ, ਇਹ ਕੰਨਾਂ ਰੂਪੀ ਡੁੰਨਿਆਂ ਦੇ ਨਾਲ ਪ੍ਰਮਾਤਮਾ ਜੀ ਦੀ ਉਸਤਤ ਰੂਪੀ ਅੰਮ੍ਰਿਤ ਨੂੰ ਪੀਵਣਾ ਕਰੋ। ਜਿਹੜਾ ਕੰਨਾਂ ਦੇ ਨਾਲ ਸ਼ਰਵਣ ਕਰਨਾ ਹੈ, ਹਿਰਦੇ ਤੱਕ ਲੈ ਜਾਣਾ, ਹਿਰਦੇ 'ਚ ਵਸਾਉਣਾ ਹੈ ਨਾ, ਇਹ ਵੀ ਸਤ ਸੰਗਤ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਹਜ਼ੂਰ ਫਰਮਾਉਂਦੇ ਨੇ, ਇਹ ਨਾਮ ਅੰਮ੍ਰਿਤ ਦਾ ਪੀਣਾ ਹੈ। ਸਹਿਤ ਵਿਚਾਰ ਦੇ ਜੋ ਸ਼ਰਵਣ ਅਤੇ ਮੰਨਣ ਕਰਨਾ ਹੈ, ਸ਼ਰਵਣ ਮੰਨਣ ਕਰਨ ਰੂਪੀ ਪ੍ਰਮਾਤਮਾ ਜੀ ਦੇ ਜਸ ਰੂਪੀ ਹਰ ਰਸ ਰੂਪੀ ਅੰਮ੍ਰਿਤ ਨੂੰ ਕੰਨਾਂ ਰੂਪੀ ਡੁੰਨਿਆਂ ਦੇ ਨਾਲ ਪੀਵਣਾ ਕਰੋ। ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਨਿਰਮਲ ਉਦਕ ਗੋਵਿੰਦ ਕਾ ਨਾਮ। ਪਹਿਲਾ ਨਾਮ ਦਾ ਪ੍ਰਮਾਣ ਦੇ ਕਰਕੇ ਸਰੋਵਰ ਦੀ ਸ੍ਰੇਸ਼ਟਤਾ ਸਤਿਗੁਰੂ ਜੀ ਨੇ ਪ੍ਰਗਟ ਕੀਤੀ ਸੀ। ਹੁਣ ਸਰੋਵਰ ਦਾ ਪ੍ਰਮਾਣ ਦੇ ਕਰਕੇ ਨਾਮ ਦੀ ਸ੍ਰੇਸ਼ਟਤਾ ਪ੍ਰਗਟ ਕਰਦੇ ਨੇ। ਪਿਆਰਿਓ, ਜਿਵੇਂ ਰਾਮਸਰ ਸਾਹਿਬ ਸਰੋਵਰ ਦਾ ਜਲ ਅਤਿਅੰਤ ਨਿਰਮਲ ਹੈ, ਉਜਲ ਹੈ, ਸ਼ੁੱਧ ਹੈ, ਪਵਿੱਤਰ ਹੈ, ਸਾਫ਼ ਹੈ, ਇਸੇ ਪ੍ਰਕਾਰ ਗੋਬਿੰਦ ਕਾ ਨਾਮ
ਜਿਹੜਾ ਗੋਬਿੰਦ ਜੀ ਦਾ ਪ੍ਰਮਾਤਮਾ ਜੀ ਦਾ ਨਾਮ ਹੈ ਨਾ, ਉਹ ਰਾਮਸਰ ਸਰੋਵਰ ਦੇ ਜਲ ਵਾਂਗੂ ਉਜਲ ਹੈ, ਨਿਰਮਲ ਹੈ, ਪਵਿੱਤਰ ਹੈ, ਹਿਰਦੇ ਦੀ ਮੈਲ ਨੂੰ ਧੋ ਦੇਣ ਵਾਲਾ ਹੈ। ਮੱਜਨ ਕਰਤ ਪੂਰਨ ਸਭ ਕਾਮ। ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਮੱਜਨ ਕਰਨਾ, ਜਿਹੜਾ ਸ਼ਰਵਣ ਮੰਨਣ ਨਿਧਿਆਸਨ ਕਰਨਾ ਹੈ ਨਾ, ਇਸ ਦੇ ਨਾਲ ਪੂਰਨ ਮੁਕੰਮਲ ਹੋ ਜਾਂਦੇ ਨੇ ਸਾਵੇ ਕਾਮ, ਸਾਰੀਆਂ ਹੀ ਕਾਮਨਾਵਾਂ। ਜਿਤਨੀਆਂ ਮਨ ਦੇ ਅੰਦਰ ਸ਼ੁਭ ਭਾਵਨਾਵਾਂ ਨੇ, ਗਰੀਬ ਨਿਵਾਜ ਸਤਿਗੁਰੂ ਜੀ ਵਚਨ ਕਰਨਾ ਕਰਦੇ ਨੇ, ਸਤ ਸੰਗਤ ਕਰਨੇ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀਆਂ ਭਾਵਨਾਵਾਂ ਆਪਣੇ ਪਿਆਰਿਆਂ ਦੀਆਂ ਪੂਰਨ ਕਰ ਦਿੰਦੇ ਹਨ। ਸੰਤ ਸੰਗ ਤਹਿ ਗੋਸ਼ਟ ਹੋਏ। ਸੱਚੇ ਪਾਤਸ਼ਾਹ ਸਤ ਸੰਗਤ ਰੂਪੀ ਸਰੋਵਰ ਦੇ ਹੋਰ ਗੁਣ ਕਿਹੜੇ ਕਿਹੜੇ ਨੇ? ਹਜ਼ੂਰ ਫਰਮਾਉਂਦੇ ਨੇ, ਜੋ ਸੰਤ ਸੰਗ, ਜਿੱਥੇ ਸਤ ਸੰਗਤ ਹੁੰਦੀ ਹੈ, ਸੰਤ ਸੰਗ, ਜਿੱਥੇ ਆ ਕਰਕੇ ਜਗਿਆਸੂ ਪੂਰਨ ਮਹਾਤਮਾ ਦੀ ਸਤ ਸੰਗਤ ਕਰਦੇ ਨੇ, ਤਹਿ ਗੋਸ਼ਟ ਹੋਏ। ਉਸ ਦੀ ਪਛਾਣ ਇਹ ਹੈ ਕਿ ਉੱਥੇ ਦੁਨਿਆਵੀ ਗੱਲਾਂ ਨਹੀਂ ਹੁੰਦੀਆਂ, ਕੰਮਾਂ ਕਾਰਾਂ ਵਿਵਹਾਰਾਂ ਧੰਦੇ ਧੰਦਾਰਾਂ ਦੀਆਂ ਗੱਲਾਂ ਨਹੀਂ। ਉੱਥੇ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਨਾਮ ਦੀ ਗੋਸ਼ਟੀ ਹੁੰਦੀ ਹੈ, ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਹੁੰਦੀ ਹੈ। ਗੁਰਸਿੱਖ ਮਿਲ ਕਰਕੇ ਆਪਣੇ ਹਿਰਦਿਆਂ ਦੇ ਜਿਹੜੇ ਸ਼ੰਕੇ ਨੇ ਨਾ, ਉਹ ਮਹਾਂਪੁਰਖਾਂ ਦੇ ਪਾਸੋਂ ਅਥਵਾ ਉੱਤਮ ਜਗਿਆਸੂਆਂ ਦੇ ਪਾਸੋਂ ਪੁੱਛ ਕਰਕੇ ਹਿਰਦਿਆਂ ਦੀ ਸ਼ੰਕਿਆਂ ਦੀ ਨਿਵਰਤੀ ਕਰ ਲੈਂਦੇ ਨੇ। ਇੱਕ ਸਮੇਂ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੂੰ ਕਿਸੇ ਪ੍ਰੇਮੀ ਨੇ ਸਵਾਲ ਕਰ ਦਿੱਤਾ, ਮਹਾਂਪੁਰਖੋ, ਜਥੇ ਦੇ ਸਿੰਘ ਗੁਰਬਾਣੀ ਤੇ ਬੜੇ ਪੜ੍ਹਦੇ ਨੇ, ਪਰ ਜਦੋਂ ਵੇਖੋ ਆਪਸ ਦੇ ਵਿੱਚ ਹੀ ਸਿੰਘ ਫਸਾਈ ਰੱਖਦੇ ਨੇ, ਆਪਸ 'ਚ ਚੁੰਝਾ ਫਸਾਈ ਰੱਖਦੇ ਨੇ, ਸਵਾਲ ਜਵਾਬ ਬੜੇ ਕਰਦੇ ਇੱਕ ਦੂਸਰੇ ਨੂੰ। ਤੇ ਮਹਾਂਪੁਰਖਾਂ ਨੇ ਬਚਨ ਕਰਨਾ ਕੀਤਾ ਸੀ, ਜੇ ਦਹੀਂ ਨੂੰ ਰਿੜਕਿਆ ਨਾ ਜਾਵੇ ਤੇ ਮੱਖਣ ਹੱਥ ਨਹੀਂ ਆਉਂਦਾ। ਜਿਹੜੀਆਂ ਆਪਸ ਦੇ ਵਿੱਚ ਵਿਚਾਰਾਂ ਕਰਨੀਆਂ ਨੇ, ਇੱਕ ਦੇ ਮਨ ਵਿੱਚ ਸ਼ੰਕਾ ਦੂਸਰੇ ਤੋਂ ਪੁੱਛ ਲੈਣਾ, ਦੂਸਰੇ ਤੋਂ ਨਿਵਰਤ ਨਹੀਂ ਹੋਇਆ ਤੀਸਰੇ ਤੋਂ ਪੁੱਛ ਲੈਣਾ। ਇਸੇ ਪ੍ਰਕਾਰ ਜੇ ਉਸ ਦੇ ਮਨ ਦੇ ਵਿੱਚ ਕੋਈ ਸ਼ੰਕਾ, ਉਹ ਪਹਿਲੇ ਨੂੰ ਪੁੱਛ ਲੈਣਾ। ਇਸ ਪ੍ਰਕਾਰ ਜਿਹੜੇ ਜਿਹੜੇ ਜਗਿਆਸੂ ਗੁਰਬਾਣੀ ਪੜ੍ਹਦੇ ਨੇ, ਜਿਤਨਾ ਜਿਤਨਾ ਕਿਸੇ ਨੂੰ ਗੁਰਬਾਣੀ ਦਾ ਗਿਆਨ ਹੈ, ਉਹ ਫਿਰ ਗੁਰਬਾਣੀ ਦੇ ਗਿਆਨ ਦੇ ਨਾਲ ਇੱਕ ਦੂਸਰਿਆਂ ਦੇ ਹਿਰਦਿਆਂ ਦੇ ਸ਼ੰਕਿਆਂ ਦੀ ਨਿਵਰਤੀ ਕਰ ਦਿੰਦੇ ਨੇ। ਇਸ ਪ੍ਰਕਾਰ ਜਿਹੜੇ ਗੁਰਬਾਣੀ ਦੀ ਵਿਚਾਰ ਅਥਵਾ ਸਵਾਲਾਂ ਦਾ ਪੁੱਛਣਾ ਹੈ ਨਾ, ਇਹ ਦਹੀਂ ਰਿੜਕ ਕੇ ਮੱਖਣ ਕੱਢਣ ਦੀ ਨਿਆਈ ਹੈ। ਕਹਿਣ ਤੋਂ ਭਾਵ ਗੁਰਬਾਣੀ ਦੀ ਵਿਚਾਰ ਦੁਆਰਾ ਗਿਆਨ ਰੂਪੀ ਮੱਖਣ ਪ੍ਰਾਪਤ ਕਰਨ ਦੀ ਨਿਆਈ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਪਿਆਰਿਓ, ਸਤ ਸੰਗਤ ਦੀ ਪਛਾਣ ਇਹ ਹੈ, ਉੱਥੇ ਦੁਨਿਆਵੀ ਗੱਲਾਂ ਨਹੀਂ ਹੁੰਦੀਆਂ, ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਹੁੰਦੀ ਹੈ। ਮਨ ਦੀਆਂ ਭਾਵਨਾਵਾਂ ਦੇ ਅਨੁਸਾਰ ਜੇ ਕੋਈ ਸ਼ੰਕਾ ਹੋਵੇ ਤੇ ਗੁਰਮਤਿ ਦੇ ਰਾਹੀਂ ਜਵਾਬ ਲੈਣ ਵਾਸਤੇ ਸੰਤਾਂ ਤੋਂ ਅਥਵਾ ਗੁਰਮੁਖਾਂ ਤੋਂ ਪੁੱਛਿਆ ਜਾਂਦਾ ਹੈ। ਇਵੇਂ ਨਾਮ ਬਾਣੀ ਦੀ ਹੀ ਵਿਚਾਰ ਪ੍ਰਬਲ ਹੈ। ਕੋਟ ਜਨਮ ਕੇ ਕਿਲ ਵਿਖ ਖੋਏ। ਸੱਚੇ ਪਾਤਸ਼ਾਹ ਜੀ ਇਸ ਵਿਚਾਰ ਗੋਸ਼ਟੀ ਦੇ ਨਾਲ ਫਲ ਕੀ ਪ੍ਰਾਪਤ ਹੁੰਦਾ ਹੈ? ਸਤ ਸੰਗਤ ਕਰਨੇ ਦੀ ਮਹਿਮਾ ਕੀ ਹੈ ਜੀ? ਗਰੀਬ ਨਿਵਾਜ ਸਾਹਿਬ ਜੀ ਕਥਨ ਕਰਨਾ ਕਰਦੇ ਨੇ, ਗੁਰਮੁਖੋ, ਸਮਗਰ ਮਹਿਮਾ ਤੇ ਕਹਿਣ ਵਿੱਚ ਆਉਂਦੀ ਨਹੀਂ। ਵੱਡਾ ਭਾਰੀ ਐਸਾ ਫਲ ਆ ਜਿਹੜਾ ਮੁਕੰਮਲ ਰੂਪ ਵਿੱਚ ਬਿਆਨਿਆ ਨਹੀਂ ਜਾ ਸਕਦਾ। ਪਰ ਤੁਹਾਡੀ ਤਾਂ ਵੀ ਸਮਝ ਵਾਸਤੇ ਦੱਸ ਜਾਈਏ ਜੀ, ਮਹਿਮਾ ਪ੍ਰਗਟ ਹੋ ਜਾਵੇ। ਕਰੋੜਾਂ ਹੀ ਜਨਮਾਂ ਜਨਮਾਂਤਰਾਂ ਦੇ ਵਿੱਚ ਕੀਤੇ ਹੋਏ ਜਿਹੜੇ ਪਾਪ ਕਿਲ ਵਿਖ ਬੱਜਰ ਬਾਪ ਨੇ ਨਾ, ਸਤ ਸੰਗਤ ਕਰਨੇ ਦੇ ਨਾਲ ਖੋਏ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਕਥਾ ਸੁਣਤ ਮਲ ਸਗਲੀ ਖੋਵੈ। ਮਨ ਦੀ ਸਾਰੀ ਮੈਲ ਖੋਵੈ, ਨਾਸ਼ ਹੋ ਜਾਂਦੀ ਹੈ। ਵਾਹਿਗੁਰੂ ਜੀ ਦੀ ਨਾਮ ਬਾਣੀ ਦੀ ਕਥਾ ਸ਼ਰਵਣ ਕਰਨੇ ਦੇ ਨਾਲ, ਹਰ ਜਸ ਸ਼ਰਵਣ ਕਰਨੇ ਦੇ ਨਾਲ। ਸਿਮਰਹਿ ਸਾਧ ਕਰਹਿ ਆਨੰਦ। ਸਾਧੂ ਜਨ, ਮਹਾਤਮਾ ਜਨ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਨੇ ਤੇ ਆਤਮ ਆਨੰਦ ਨੂੰ ਪ੍ਰਾਪਤ ਕਰਦੇ ਨੇ, ਬ੍ਰਹਮਾਨੰਦ ਦੀ ਪ੍ਰਾਪਤੀ ਕਰਦੇ ਹਨ। ਇਸੇ ਹੀ ਪ੍ਰਕਾਰ ਸਿਮਰਹਿ ਸਾਧ ਕਰਹਿ ਆਨੰਦ। ਜਿਹੜੇ ਸਾਧ ਸ੍ਰੇਸ਼ਟ ਪੁਰਖ ਹਨ ਨਾ, ਉਹ ਸਾਧੂ ਮਹਾਤਮਾ ਦੇ ਕੋਲ ਆਉਂਦੇ ਨੇ, ਮਹਾਤਮਾ ਦੀ ਸੰਗਤ ਵਿੱਚ ਬੈਠ ਕਰਕੇ ਸਿਮਰਾਹੇ ਨਾਮ ਦਾ ਸਿਮਰਨ ਕਰਦੇ ਨੇ, ਕਰਹਿ ਆਨੰਦ, ਤੇ ਵੱਡੇ ਭਾਰੀ ਆਨੰਦ ਨੂੰ ਪ੍ਰਾਪਤ ਕਰਦੇ ਨੇ, ਆਨੰਦ ਦੇ ਸਹਿਤ ਹੁੰਦੇ ਹਨ। ਇਸੇ ਹੀ ਤਰ੍ਹਾਂ ਸਿਮਰਹਿ ਸਾਧ ਕਰਹਿ ਆਨੰਦ। ਭਾਈ ਨਾਮ ਜਪਣਾ ਹੀ ਸਾਰੀਆਂ ਸਾਧਨਾ ਸਿਰ ਸਾਧਨਾ ਹੈ। ਇਸ ਕਰਕੇ ਜਿਹੜੇ ਨਾਮ ਜਪਣ ਰੂਪੀ ਸਾਧਨਾ ਕਰਦੇ ਨੇ, ਕਰਹਿ ਆਨੰਦ, ਆਨੰਦਾਂ ਦੇ ਦਾਤੇ ਆਨੰਦ ਸਰੂਪ ਪ੍ਰਮਾਤਮਾ ਜੀ ਨੂੰ ਹੀ ਉਹ ਪ੍ਰਾਪਤ ਕਰ ਲੈਂਦੇ ਨੇ। ਕਰਹਿ ਪ੍ਰਮਾਤਮਾ ਜੀ ਦੇ ਅੰਦਰ ਅਭੇਦਤਾ ਪ੍ਰਾਪਤ ਕਰ ਲੈਂਦੇ ਹਨ। ਸਰੂਪ ਰੂਪ ਦੀ ਪ੍ਰਾਪਤੀ ਕਰਕੇ
ਜਿਹੜੇ ਸਾਧਨਾ ਸੰਪੰਨ ਮਹਾਤਮਾ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਹਨ। ਮਨ ਤਨ ਰਵਿਆ ਪਰਮਾਨੰਦ। ਫਿਰ ਉਹਨਾਂ ਦੇ ਮਾਨੇ ਨੰਨੇ ਨੂੰ ਸਿਹਾਰੀ ਹੈ, ਭਾਵ ਹੈ ਮਨ ਦੇ ਅੰਦਰ, ਤਾਨੇ ਨੰਨੇ ਨੂੰ ਸਿਹਾਰੀ ਹੈ, ਤੇ ਵਿਆਕਰਣ ਦੇ ਅਨੁਸਾਰ ਅਰਥ ਬਣੇਗਾ ਤਨ ਦੇ ਅੰਦਰ। ਉਹਨਾਂ ਦੇ ਮਨ ਦੇ ਅੰਦਰ ਵੀ ਤੇ ਤਨ ਦੇ ਅੰਦਰ ਵੀ ਰਵਿਆ ਵਸਿਆ ਹੁੰਦਾ ਹੈ ਪਰਮਾ ਆਨੰਦ। ਪਰਮ ਆਨੰਦ ਸਰੂਪ ਪ੍ਰਮਾਤਮਾ ਜੀ ਐਸੇ ਉਹ ਮਹਾਤਮਾ ਹੁੰਦੇ ਨੇ। ਸੋ ਇਸੇ ਹੀ ਤਰ੍ਹਾਂ ਮਨ ਤਨ ਰਵਿਆ ਪਰਮਾਨੰਦ। ਜਿਹੜੇ ਐਸੇ ਪੂਰਨ ਸੰਤਾਂ ਦੀ ਸੰਗਤ ਦੇ ਵਿੱਚ ਆ ਕਰਕੇ ਨਾਮ ਨੂੰ ਜਪਦੇ ਨੇ, ਉਹਨਾਂ ਦੇ ਵੀ ਮਨ ਦੇ ਅੰਦਰ ਤੇ ਤਨ ਦੇ ਅੰਦਰ ਰਵਿਆ ਵਿਆਪਕ ਸਰੂਪ ਪ੍ਰਮਾਤਮਾ ਜੀ ਪ੍ਰਗਟ ਹੋ ਆਉਂਦੇ ਨੇ। ਇਸ ਪ੍ਰਕਾਰ ਬ੍ਰਹਮਾਨੰਦ ਦੀ ਪ੍ਰਾਪਤੀ ਦੇ ਪਰਮ ਆਨੰਦ ਨੂੰ ਮੰਨਣਾ ਕਰਦੇ ਨੇ। ਸੋ ਮਨ ਹਿਰਦੇ ਅੰਦਰ ਵੀ ਵਸ ਜਾਂਦਾ ਹੈ ਤੇ ਤਨ ਜੋ ਸਰੀਰ ਦੇ ਉੱਪਰ ਰੋਮ ਨੇ ਜਿਤਨੇ ਵੀ, ਇਹਨਾਂ ਕਰਕੇ ਵੀ ਰਵੇ ਹੋਏ ਪ੍ਰਮਾਤਮਾ ਜੀ ਨੂੰ ਹੀ ਜਪਦੇ ਹਨ। ਰੋਮ ਰੋਮ ਮਹਿ ਬਸੈ ਮੁਰਾਰ, ਐਸੀ ਆਤਮਿਕ ਉੱਚੀ ਅਵਸਥਾ ਪ੍ਰਾਪਤ ਕਰਦੇ ਨੇ, ਪਰਮ ਗਤੀ ਨੂੰ ਪਾਉਂਦੇ ਨੇ, ਤੁਰਿਆ ਪਦ ਨੂੰ ਪ੍ਰਾਪਤ ਕਰਦੇ ਹਨ ਜੀ। ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਾਮ ਦੀ ਮਹਿਮਾ, ਨਾਮੀ ਪ੍ਰਮਾਤਮਾ ਜੀ ਦੀ ਮਹਿਮਾ ਤੇ ਨਾਮ ਜਪਣ ਵਾਲਿਆਂ ਦੀ ਮਹਿਮਾ ਪ੍ਰਗਟ ਕਰਦੇ ਨੇ, ਜਿਨ੍ਹਾਂ ਨੂੰ ਇਹ ਨਾਮ ਰੂਪੀ ਚਰਨਾਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੈ। ਨਿਧਾਨ ਨੌਦਾ ਭਗਤੀ ਪ੍ਰਾਪਤ ਹੋ ਗਈ ਹੈ। ਨਿਧਾਨ ਨੌਦਾ ਭਗਤੀ ਚੋਂ ਇੱਕ ਵੀ ਭਗਤੀ ਪ੍ਰਾਪਤ ਹੋ ਗਈ ਹੈ। ਜਿਹੜਾ ਨਾਮ ਰੂਪੀ ਚਰਨਾਂ ਦੇ ਨਾਲ ਜੁੜ ਗਿਆ ਹੈ, ਜਿਸ ਨੂੰ ਇਹ ਦਾਤ ਪ੍ਰਾਪਤ ਹੋ ਗਈ ਹੈ, ਸਤ ਸੰਗਤ ਅਥਵਾ ਸਾਧ ਸੰਗਤ ਵਿੱਚ ਬੈਠ ਕਰਕੇ ਹਰ ਜਸ ਸ਼ਰਵਣ ਕਰਨਾ ਤੇ ਵਾਹਿਗੁਰੂ ਜੀ ਦੇ ਨਾਮ ਦਾ ਜਪਣਾ ਵਿਖਿਆਨ ਕਰਨਾ। ਨਾਨਕ ਦਾਸ ਤਿਸ ਹੈ ਕੁਰਬਾਨ। ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਵਣਾ ਕਰਦੇ ਨੇ, ਅਸੀਂ ਦਾਸਾ ਭਾਵ ਨੂੰ ਧਾਰਨ ਕਰਕੇ ਤਿਸ ਹੈ ਕੁਰਬਾਨ, ਉਸ ਤੋਂ ਕੁਰਬਾਨ ਜਾਂਦੇ ਹਾਂ। ਨਿਮਰਤਾ ਦੇ ਸਹਿਤ ਉਸ ਤੋਂ ਕੁਰਬਾਨ ਜਾਂਦੇ ਹਾਂ। ਗਰੀਬ ਨਿਵਾਜ ਸਤਿਗੁਰੂ ਜੀ ਕੁਰਬਾਨ ਤੇ ਉਸ ਤੋਂ ਜਾਈਦਾ ਜਿਹੜਾ ਆਪਸ ਤੋਂ ਵੱਡਾ ਹੋਵੇ, ਪਰ ਆਪ ਜੀ ਉਹਨਾਂ ਤੋਂ ਕੁਰਬਾਨ ਕਿਉਂ ਜਾਂਦੇ ਹੋ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਭਨਾਂ ਤੋਂ ਵੱਡੇ ਨੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸ ਕਰਕੇ ਵੱਡੇ ਦਇਆਲੂ ਦਾਤਾ ਜੀ ਦਾ ਜਿਹੜਾ ਨਾਮ ਜਪਣ ਵਾਲੇ ਨੇ ਨਾ, ਉਸ ਨਾਮ ਦੀ ਬਦੌਲਤ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਹੜੇ ਵੱਡੇ ਸਤਿਗੁਰੂ ਜੀ ਦਾ ਨਾਮ ਜਪਦੇ ਨੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨਾ ਕੀਤੀ, ਮਹਾਰਾਜ ਆਪ ਤਾਂ ਵੀ ਵੱਡੇ ਹੀ ਹੋ ਨਾ। ਵੱਡੇ ਸਤਿਗੁਰੂ ਜੀ ਦਾ ਨਾਮ ਜਪਦੇ ਨੇ ਗੁਰਸਿੱਖ, ਵੱਡੇ ਪਰਮਾਤਮਾ ਦਾ ਨਾਮ ਜਪਦੇ ਨੇ, ਪਰ ਤਾਂ ਵੀ ਸਿੱਖਾਂ ਤੋਂ ਤੇ ਆਪ ਜੀ ਵੱਡੇ ਹੀ ਹੋ। ਮਹਾਰਾਜ ਫਿਰ ਸਿੱਖਾਂ ਤੋਂ ਕੁਰਬਾਨ ਕਿਉਂ ਜਾਂਦੇ ਹੋ? ਤੇ ਹਜ਼ੂਰ ਨੇ ਬਚਨ ਕਰਨਾ ਕੀਤਾ, ਪਿਆਰਿਓ ਮਾਤਾ ਪਿਤਾ ਬੱਚੇ ਤੋਂ ਵੱਡੇ ਹੀ ਹੁੰਦੇ ਨੇ ਨਾ, ਪਰ ਮਾਤਾ ਪਿਤਾ ਆਪਣੇ ਬੱਚੇ ਤੋਂ ਕੁਰਬਾਨ ਜਾਂਦੇ ਨੇ, ਬਲਿਹਾਰ ਜਾਂਦੇ ਨੇ, ਸਦਕੇ ਜਾਂਦੇ ਨੇ। ਜਿਵੇਂ ਮਾਤਾ ਪਿਤਾ ਬੱਚੇ ਤੋਂ ਸਹਿਤ ਪ੍ਰੇਮ ਦੇ ਵਾਰੇ ਜਾਂਦੇ ਨੇ ਨਾ, ਇਸੇ ਪ੍ਰਕਾਰ ਜਿਹੜੇ ਬੱਚੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਐਸੀ ਬਿਰਤੀ ਨੂੰ ਧਾਰਨ ਕਰਕੇ ਰੱਖਦੇ ਨੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸਾਡੇ ਮਾਤਾ ਪਿਤਾ ਹੋ। ਹੇ ਗੁਰ ਪਰਮੇਸ਼ਰ ਜੀ, ਆਪ ਜੀ ਸਾਡੇ ਮਾਤਾ ਪਿਤਾ ਹੋ, ਅਸੀਂ ਆਪ ਜੀ ਦੇ ਬੱਚੇ ਆ। ਜਿਹੜੇ ਐਸੀ ਭਾਵਨਾ ਰੱਖ ਕੇ ਨਾਮ ਜਪਦੇ ਨੇ, ਜਿਵੇਂ ਮਾਤਾ ਆਪਣੇ ਔਲਾਦ ਤੋਂ ਸਪੁੱਤਰਾਂ ਤੋਂ ਕੁਰਬਾਨ ਬਲਿਹਾਰ ਜਾਂਦੀ ਹੈ, ਨਾਨਕ ਦਾਸ ਤਿਸੇ ਕੁਰਬਾਨ। ਅਸੀਂ ਉਹਨਾਂ ਨਾਮ ਦੇ ਰਸੀਆਂ ਤੋਂ ਵਾਰਨੇ ਬਲਿਹਾਰਨੇ ਕੁਰਬਾਨ ਜਾਂਦੇ ਹਾਂ। ਇਸੇ ਹੀ ਤਰ੍ਹਾਂ ਨਾਨਕ ਦਾਸ ਤਿਸ ਹੈ ਕੁਰਬਾਨ। ਭਾਈ ਜਿਨ੍ਹਾਂ ਨੂੰ ਨਾਮ ਰੂਪੀ ਨਿਧਾਨ ਖਜ਼ਾਨਾ ਪ੍ਰਾਪਤ ਹੋ ਗਿਆ ਹੈ, ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੋ ਗਿਆ, ਸਿਮਰਨ ਪ੍ਰਾਪਤ ਹੋ ਗਿਆ ਨਾ, ਦਾਸਾ ਭਾਵ ਨੂੰ ਧਾਰਨ ਕਰਕੇ ਤਿੰਨਾਂ ਤੋਂ ਸਦਾ ਕੁਰਬਾਨ ਜਾਣਾ ਕਰੋ। ਭਾਵ ਤਿੰਨਾਂ ਦੇ ਹੁਕਮ ਦੇ ਅਨੁਸਾਰ ਬਚਨ ਮੰਨ ਕਰਕੇ ਸਿਮਰਨ ਨੂੰ ਕਰਨਾ ਕਰੋ, ਕਿਉਂਕਿ ਜਿਹੜੇ ਮਹਾਤਮਾ ਹੁੰਦੇ ਨੇ ਉਹਨਾਂ ਦਾ ਬਚਨ ਨਾਮ ਜਪਾਉਣ ਵਾਲਾ ਹੀ ਹੋਇਆ ਕਰਦਾ ਹੈ। ਸੰਤ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਉਹਨਾਂ ਦੇ ਬਚਨਾਂ ਦੇ ਨਾਲ ਨਾਮ ਨੂੰ ਜਪਣਾ ਕਰੀਏ ਨਾ, ਤੇ ਸਾਧ ਸੰਗਤ ਜੀ ਬੜੀਆਂ ਬਰਕਤਾਂ ਪੈ ਜਾਂਦੀਆਂ ਨੇ। ਜਿੱਥੇ ਸਿਮਰਨ ਛੇਤੀ ਫਲਦਾ ਹੈ, ਮਨੋਕਾਮਨਾਵਾਂ ਛੇਤੀ ਪੂਰੀਆਂ ਹੁੰਦੀਆਂ ਨੇ, ਉਥੇ ਬ੍ਰਹਮ ਗਿਆਨ ਦੀ ਦਾਤ ਵੀ ਛੇਤੀ ਮਿਲ ਜਾਂਦੀ ਏ, ਜਦੋਂ ਬ੍ਰਹਮ ਗਿਆਨੀ ਦੇ ਉਪਦੇਸ਼ ਦੁਆਰਾ ਜਪਣਾ ਕਰੀਏ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੂੰ ਨਾਮ ਰੂਪੀ ਨਿਧਾਨ ਪ੍ਰਾਪਤ ਹੋ ਗਿਆ ਹੈ, ਨਾਮ ਰੂਪੀ ਖਜ਼ਾਨਾ ਪ੍ਰਾਪਤ ਹੋ ਗਿਆ ਹੈ, ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਜਿਸ ਦੇ ਹਿਰਦੇ ਚੋਂ ਕਦੇ ਭੁੱਲਦੇ ਨਹੀਂ, ਵਾਹਿਗੁਰੂ ਜੀ ਦਾ ਸਿਮਰਨ ਜਿਸ ਨੂੰ ਸਵਾਸ ਮਾਤਰ ਵੀ ਕਦੇ ਭੁੱਲਦਾ ਨਹੀਂ,
ਐਸੇ ਜੋ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਤਿੰਨਾਂ ਦੀ ਸ਼ਰਨ ਵਿੱਚ ਰਹਿ ਕਰਕੇ, ਦਾਸਾ ਭਾਵ ਨੂੰ ਧਾਰਨ ਕਰਕੇ, ਸੇਵਾਦਾਰ ਬਣ ਕਰਕੇ ਤੇ ਸਹਿ ਕੁਰਬਾਨ, ਉਹਨਾਂ ਤੋਂ ਕੁਰਬਾਨ ਜਾਣਾ ਕੀ ਹੈ? ਤਿੰਨਾਂ ਦੇ ਬਚਨ ਨੂੰ ਮੰਨਣਾ। ਤਿੰਨਾਂ ਦੇ ਬਚਨਾਂ ਦੇ ਅਨੁਸਾਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਕਰੋ ਪਿਆਰਿਓ। ਇਹੀਓ ਹੀ ਨਾਮ ਰੂਪੀ ਸਰੋਵਰ ਦੇ ਅੰਦਰ ਇਸ਼ਨਾਨ ਹੈ, ਜਿਸ ਦੇ ਨਾਲ ਕਰੋੜਾਂ ਜਨਮਾਂ ਦੀ ਮੈਲ ਲੱਥ ਜਾਂਦੀ ਏ, ਉਤਰ ਜਾਂਦੀ ਏ ਤੇ ਵਾਹਿਗੁਰੂ ਜੀ ਦੇ ਪ੍ਰਾਪਤੀ ਵਾਲੇ ਹੋਈਦਾ ਹੈ। ਇਸ ਪ੍ਰਕਾਰ ਜਿਵੇਂ ਸਤਿਗੁਰੂ ਜੀ ਨੇ ਰਾਮਸਰ ਸਾਹਿਬ ਸਰੋਵਰ ਦੀ ਮਹਿਮਾ ਕਹੀ ਹੈ, ਸਤ ਸੰਗਤ ਰੂਪੀ ਮਹਿਮਾ, ਸਤ ਸੰਗਤ ਰੂਪੀ ਨਾਮ ਦੇ ਸਰੋਵਰ ਦੀ ਮਹਿਮਾ ਵੀ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਪ੍ਰਗਟ ਕੀਤੀ ਹੈ ਜੀ। ਨਾਨਕ ਦਾਸ ਤਿਸ ਹੈ ਕੁਰਬਾਨ। ਸੋ ਇਸੇ ਪ੍ਰਕਾਰ ਜਿਹੜੇ ਸੰਤ ਜਨ ਮਹਾਤਮਾ ਉਹ ਨੇ ਜਿਹੜੇ ਪ੍ਰਮਾਤਮਾ ਜੀ ਦੇ ਨਾਮ ਜਪਦਿਆਂ ਹੋਇਆਂ ਪ੍ਰਮਾਤਮਾ ਜੀ ਤੋਂ ਨਾਮ ਤੋਂ ਸਦਾ ਕੁਰਬਾਨ ਜਾਂਦੇ ਨੇ। ਨਾਮ ਦੀ ਵਡਿਆਈ ਮਹਿਮਾ ਇਤਨੀ ਵਖਿਆਨ ਕਰਦੇ ਨੇ, ਪਲ ਪਲ ਨਾਮ ਤੋਂ ਕੁਰਬਾਨ ਸਦਕੇ ਬਲਿਹਾਰੇ ਜਾਂਦੇ ਹਨ ਜੀ। ਪੜ੍ਹ ਦੋ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਵੈਸ਼ਨਵ ਸਾਧ ਆਇਆ ਹੈ। ਵੈਸ਼ਨਵ ਤੋਂ ਭਾਵ ਹੁੰਦਾ ਹੈ ਜਿਸ ਦਾ ਸੰਬੰਧ ਵਿਸ਼ਨੂੰ ਜੀ ਦੇ ਨਾਲ ਹੋਵੇ। ਤੇ ਸਾਧ ਸੰਗਤ ਜੀ, ਪਹਿਲੇ ਯੁਗਾਂ ਦਾ ਧਰਮ ਸਤਜੁਗ, ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ। ਸਤਜੁਗ ਦੇ ਵਿੱਚ ਲੋਕ ਸਤਵਾਦੀ ਸਨ, ਤ੍ਰੇਤੇ ਦੇ ਵਿੱਚ ਜਗ ਇਤਿਆਦਿਕ ਕਰਨੇ ਇਹ ਮੁੱਖ ਕਰਮ ਹੋਇਆ ਕਰਦਾ ਸੀ। ਦੁਆਪਰ ਦੇ ਵਿੱਚ ਪੂਜਾ ਅਰਚਨਾ ਕੀਤੀ ਜਾਂਦੀ ਸੀ। ਤੀਨੋਂ ਯੁਗ ਤੀਨੋਂ ਦਿੜੇ, ਤਿੰਨਾਂ ਯੁਗਾਂ ਦੇ ਵਿੱਚ ਇਹ ਕਰਮ ਦ੍ਰਿੜਤਾ ਦੇ ਨਾਲ ਕੀਤੇ ਗਏ। ਪਰ ਹਜ਼ੂਰ ਦੇ ਪਾਵਨ ਪ੍ਰਵਚਨ ਨੇ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਕੇਵਲ ਤਾਂ ਕੇਵਲ ਜਿਹੜਾ ਆਸਰਾ ਹੈ ਉਹ ਨਾਮ ਦਾ ਹੀ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਮਹਿਮਾ ਪ੍ਰਗਟ ਕੀਤੀ ਏ। ਪਰ ਉਹ ਵੈਸ਼ਨਵ ਸਨਾਤਨ ਸਮੇਂ ਦੀ ਮਰਿਆਦਾ ਨੂੰ ਮੰਨਦਾ ਸੀ। ਇਸੇ ਪ੍ਰਕਾਰ ਜਗ ਇਤਿਆਦਿਕ ਕਰਨੇ, ਜਲ ਧਾਰੇ ਕਰਨੇ, ਨੇਮ ਇਤਿਆਦਿਕ ਰੱਖਣੇ ਕਿ ਮੈਂ 4 ਮਹੀਨੇ ਲੂਣ ਨਹੀਂ ਖਾਣਾ, 4 ਮਹੀਨੇ ਜੋੜਾ ਨਹੀਂ ਪਾਉਣਾ, 4 ਮਹੀਨੇ ਜੰਗਲ ਵਿੱਚ ਰਹਿਣਾ ਤੇ ਕੰਦ ਮੂਲ ਹੀ ਖਾਣਾ ਤੇ ਸ਼ਹਿਰ ਵਿੱਚ ਨਹੀਂ ਆਉਣਾ ਤੇ ਅੰਨ ਨਹੀਂ ਖਾਣਾ। ਇਸ ਪ੍ਰਕਾਰ ਦੇ ਨੇਮ ਇਤਿਆਦਿਕ ਕਰਨੇ, ਦੁਆਦਸ਼ੀ ਦੇ, ਇਕਾਦਸ਼ੀ ਦੇ, ਰਾਮਨੌਮੀ ਦੇ, ਕ੍ਰਿਸ਼ਨ ਅਸ਼ਟਮੀ ਦੇ ਵਰਤ ਇਤਿਆਦਿਕ ਰੱਖਣੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਮਹਾਰਾਜ ਜੀ, ਇਹਨਾਂ ਸਾਧਨਾ ਦਾ ਵੱਡਾ ਭਾਰੀ ਮਹਾਤਮ ਹੈ, ਮੈਂ ਇਹ ਸਾਰੇ ਸਾਧਨ ਕਰਦਾ ਹਾਂ, ਤੁਸੀਂ ਆਪਣੇ ਗੁਰਸਿੱਖਾਂ ਨੂੰ ਵੀ ਇਹਨਾਂ ਸਾਧਨਾ ਦੀ ਮਹਿਮਾ ਦੱਸੋ, ਗੁਰਸਿੱਖ ਵੀ ਇਹ ਕਰਮ ਕਰਿਆ ਕਰਨ। ਤੇ ਸਤਿਗੁਰੂ ਜੀ ਨੇ ਫਰਮਾਵਣਾ ਕੀਤਾ, ਪਿਆਰਿਓ ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਅਨਰੂਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਮਤਾ ਭਰਮ ਵਿੱਚ ਪੈ ਕਰਕੇ ਇਹਨਾਂ ਕਰਮ ਕਾਂਡਾਂ ਨੂੰ ਕਰਨਾ ਕਰੋ। ਇਹਨਾਂ ਦਾ ਮਹਾਤਮ, ਇਹਨਾਂ ਦੀ ਮਰਿਆਦਾ ਪੁਰਾਤਨ ਯੁਗਾਂ ਦੇ ਵਿੱਚ ਸੀ, ਅੱਜ ਦੇ ਸਮੇਂ ਦੇ ਵਿੱਚ ਨਹੀਂ। ਯੁਗਾਂ ਯੁਗਾਂ ਦਾ ਆਪਣਾ ਧਰਮ ਹੋਇਆ ਕਰਦਾ ਹੈ। ਜਿਵੇਂ ਸਮੇਂ ਦੀਆਂ ਸਰਕਾਰਾਂ ਦੇ ਰਾਜ ਹੁੰਦੇ ਨੇ ਨਾ, ਅੱਜ ਦੇ ਸਮੇਂ ਦੇ ਵਿੱਚ ਮੁਗਲਾਂ ਵਾਲਾ ਜਾਂ ਇਸੇ ਪ੍ਰਕਾਰ ਅੰਗਰੇਜ਼ਾਂ ਵਾਲਾ ਜਿਹੜਾ ਕਾਨੂੰਨ ਰਾਜ ਹੈ, ਉਸ ਦੀਆਂ ਮਰਿਆਦਾਵਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ, ਉਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਜਿਹੜੀ ਸਰਕਾਰ ਲੰਘ ਗਈ ਉਸ ਦੇ ਰਾਜ ਦੇ ਨਾਲ ਉਸ ਦੇ ਕਾਨੂੰਨ ਵੀ ਚਲੇ ਜਾਇਆ ਕਰਦੇ ਨੇ। ਇਸੇ ਪ੍ਰਕਾਰ ਜਿਹੜੇ ਯੁੱਗ ਲੰਘ ਗਏ ਉਹਨਾਂ ਯੁੱਗਾਂ ਦੇ ਧਰਮ ਦੀ ਮਰਿਆਦਾ ਵੀ ਉਹਨਾਂ ਦੇ ਨਾਲ ਹੀ ਚਲੀ ਗਈ। ਹੁਣ ਕਲਯੁੱਗ ਦਾ ਸਮਾਂ ਹੈ। ਕਲਯੁੱਗ ਦੇ ਸਮੇਂ ਦੇ ਜੀਵਾਂ ਨੂੰ ਤਾਰਨ ਵਾਲੇ ਪੂਰਨ ਅਵਤਾਰ ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਨੇ। ਤੇ ਸਤਿਗੁਰੂ ਜੀ ਦੀ ਮਰਿਆਦਾ ਹੀ ਕਲਯੁੱਗ ਦੇ ਅੰਦਰ ਪ੍ਰਧਾਨ ਹੈ। ਜਿਹੜੀ ਰੁੱਤ ਲੰਘ ਜਾਵੇ, ਲੰਘੀ ਹੋਈ ਰੁੱਤ ਦਾ ਬੀਜ ਅੱਜ ਬੀਜੀ ਜਾਈਏ ਤੇ ਝਾੜ ਫਲ ਰੂਪੀ ਲਾਹਾ ਤੇ ਪ੍ਰਾਪਤ ਨਹੀਂ ਹੋਣਾ, ਬੀਜਿਆ ਹੋਇਆ ਬੀਜ ਵੀ ਵਿਅਰਥ ਚਲਿਆ ਜਾਣਾ ਹੈ। ਇਸੇ ਪ੍ਰਕਾਰ ਉਹ ਕਰਮਾਂ ਦਾ, ਉਹ ਮਰਿਆਦਾਵਾਂ ਨੂੰ ਨਿਭਾਉਣ ਦਾ ਸਮਾਂ ਲੰਘ ਗਿਆ। ਜੇ ਅੱਜ ਕਰੀ ਜਾਵਾਂਗੇ ਫਲ ਤਾਂ ਕੀ ਪ੍ਰਾਪਤ ਹੋਣਾ ਹੈ। ਜਿਹੜੇ ਉਹ ਕਰਮ ਕਰਦਿਆਂ ਮੁਸ਼ੱਕਤ ਲੱਗਣੀ ਏ, ਉਹ ਸਮਾਂ ਵੀ ਤੇ ਜਨਮ ਵੀ ਵਿਅਰਥ ਚਲਿਆ ਜਾਣਾ, ਬੀਜੇ ਹੋਏ ਬੀਜ ਦੇ ਵਾਂਗੂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਮਹਾਰਾਜ ਜੀ ਵਾਹਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਹੈ ਵੈਸ਼ਨਵ, ਨਾਮ ਦੀ ਪ੍ਰਧਾਨਤਾ ਗੁਰੂ ਘਰ ਦੇ ਵਿੱਚ, ਇੱਥੇ ਕੇਵਲ ਤਾਂ ਕੇਵਲ ਨਾਮ ਦੀ ਬਹੁਲਤਾ ਹੈ। ਨਾਨਕ ਕੈ ਘਰ ਕੇਵਲ ਨਾਮ। ਕਹਿਣ ਲੱਗਾ ਸੱਚੇ ਪਾਤਸ਼ਾਹ, ਫਿਰ ਮੇਰੇ ਤਾਂ ਕੀਤੇ ਹੋਏ ਜਿਹੜੇ ਕਰਮ ਸਨ ਉਹ ਨਿਸਫਲ ਹੋ ਗਏ। ਮਹਾਰਾਜ ਜਦੋਂ ਸਮਾਂ ਹੀ ਨਹੀਂ ਉਹਨਾਂ ਦਾ ਤੇ ਮੈਂ ਕਰਦਾ ਪਿਆ ਸੀ, ਤੇ ਮਹਾਰਾਜ ਕਿਰਪਾਲਤਾ ਕਰਕੇ ਉਪਦੇਸ਼ ਦੇਣਾ ਕਰੋ, ਫਿਰ ਮੈਂ ਹੁਣ ਕੀ ਕਰਮ ਕਰਨਾ ਕਰਾਂ ਜਿਸ ਦੇ ਨਾਲ ਮੇਰਾ ਉਧਾਰ ਹੋ ਜਾਵੇ। ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਜੀ।
ਕਿਛ ਕਰ ਜਿਤ ਮੈਲ ਨਾ ਲਾਗੈ। ਹੇ ਵੈਸ਼ਨਵ, ਨਾਮ ਜਪਣ ਰੂਪੀ ਸੋ ਉਸ ਸਰਬ ਸ੍ਰੇਸ਼ਟ ਕਰਮ ਨੂੰ ਕਰਨਾ ਕਰ, ਜਿਸ ਕਰਮ ਕਰਨੇ ਦੇ ਨਾਲ ਮੈਲ ਨਾ ਲੱਗੇ ਹਿਰਦੇ ਨੂੰ। ਜਿਤ ਮੈਲ ਨਾ ਲਾਗੈ, ਕਰਮ ਕਾਂਡ ਕਰਨੇ ਦੇ ਨਾਲ ਮੈਲ ਲੱਗ ਜਾਂਦੀ ਏ। ਸੋ ਜਿਤਨਾ ਕੁ ਕਰਮ ਕਰਨੇ ਦਾ ਮਹਾਤਮ ਮਿਲਣਾ ਹੁੰਦਾ, ਉਸ ਤੋਂ ਬਹੁਤੀ ਮੈਲ ਲੱਗ ਜਾਂਦੀ ਏ। ਮੈਂ ਜਗ ਕੀਤੇ, ਮੈਂ ਜਲ ਧਾਰੇ ਕੀਤੇ, ਮੈਂ ਨੇਮ ਰੱਖੇ, ਮੈਂ ਵਰਤ ਰੱਖੇ, ਉਸ ਦੇ ਨਾਲ ਹਉਮੈ ਦੀ ਮੈਲ ਲੱਗਦੀ ਏ। ਪਰ ਜਿਹੜਾ ਵਾਹਿਗੁਰੂ ਜੀ ਦਾ ਨਾਮ ਹੈ, ਮੈਲ ਦੀ ਨਿਵਰਤੀ ਕਰਦਾ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਗੁਰ ਮੰਤਰ ਜਪੇ ਤੋਂ ਬਿਨਾਂ ਮਨ ਦੀ ਹਉਮੈ ਦੀ ਮੈਲ ਨਹੀਂ ਜਾਂਦੀ। ਇਸ ਕਰਕੇ ਨਾਮ ਜਪਣ ਰੂਪੀ ਉਹ ਸਰਬ ਸ੍ਰੇਸ਼ਟ ਕਰਮ ਕਰਨਾ ਕਰ, ਜਿਸ ਦੇ ਨਾਲ ਹਿਰਦੇ ਨੂੰ ਮੈਲ ਨਹੀਂ ਲੱਗਦੀ ਹੈ ਤੇ ਲੱਗੀ ਹੋਈ ਉਤਰ ਜਾਂਦੀ ਹੈ। ਹਰ ਕੀਰਤਨ ਮੈਂ ਹੈ ਇਹੋ ਮਨ ਜਾਗੈ। ਤੇ ਹਰੀ ਪਰਮਾਤਮਾ ਜੀ ਦੀ ਉਸਤਤ ਰੂਪੀ ਜਸ ਵਡਿਆਈ ਰੂਪੀ ਕੀਰਤਨ ਕਰਨ ਦੇ ਵਿੱਚ ਤੇਰਾ ਜਿਹੜਾ ਮਨ ਹੈ ਉਹ ਜਾਗ ਪਵੇ। ਕਿਉਂਕਿ ਜਿਹੜਾ ਆਮ ਦੁਨਿਆਵੀ ਜੀਵ ਦਾ ਮਨ ਹੈ ਨਾ, ਉਹ ਮਾਇਆ ਵੱਲ, ਮੋਹ ਵੱਲ, ਵਿਕਾਰਾਂ ਵੱਲ ਤੇ ਜਾਗਦਾ ਹੈ, ਪਰ ਨਾਮ ਵੱਲੋਂ ਸੁੱਤਾ ਹੋਇਆ ਹੈ। ਜਿਵੇਂ ਬੰਦਾ ਜਿਸ ਸਥਾਨ ਤੇ ਸੁੱਤਾ ਪਿਆ ਹੋਵੇ ਨਾ, ਤੇ ਸੁੱਤੇ ਪਏ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਮੈਂ ਜ਼ਮੀਨ ਤੇ ਪਿਆ ਜਾਂ ਬੈੱਡ ਤੇ ਪਿਆ, ਕਮਰੇ ਵਿੱਚ ਪਿਆ ਜਾਂ ਖੁੱਲੇ ਆਕਾਸ਼ ਥੱਲੇ ਪਿਆ, ਮੇਰੇ ਕੋਲ ਕਿਹੜੀ ਵਸਤੂ ਪਈ ਹੈ ਕਿਹੜੀ ਨਹੀਂ ਪਈ, ਸੁੱਤੇ ਪਏ ਬੰਦੇ ਨੂੰ ਕੋਈ ਗਿਆਨ ਨਹੀਂ ਹੁੰਦਾ। ਇਸੇ ਤਰ੍ਹਾਂ ਜਿਸ ਦਾ ਮਨ ਨਾਮ ਵੱਲੋਂ ਸੌ ਗਿਆ ਨਾ, ਨਾਮ ਜਪਣ ਦੇ ਨਾਲ ਕੀ ਦਾਤਾਂ ਮਿਲਣੀਆਂ ਨੇ, ਅਥਵਾ ਮਨ ਸ਼ਾਂਤ ਹੋਵੇਗਾ, ਕੁਲਾਂ ਤਰ ਜਾਣੀਆਂ ਨੇ, ਲੋਕ ਪਰਲੋਕ ਵਿੱਚ ਭਲਾ ਹੋਵੇਗਾ, ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਣੀ ਹੈ। ਇਹਨਾਂ ਬਖਸ਼ਿਸ਼ਾਂ ਦਾ ਉਸ ਨੂੰ ਨਹੀਂ ਪਤਾ ਲੱਗਦਾ। ਜੇ ਸੁਣ ਵੀ ਲਵੇ ਤੇ ਫਿਰ ਪ੍ਰਤੀਤ ਭਰੋਸਾ ਨਹੀਂ ਆਉਂਦਾ, ਜਿਹਦਾ ਮਨ ਨਾਮ ਵੱਲੋਂ ਸੁੱਤਾ ਹੋਇਆ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਕਰਮ ਕਾਂਡਾਂ ਵੱਲ ਤੇ ਤੇਰਾ ਮਨ ਜਾਗਦਾ ਹੈ, ਪਰ ਨਾਮ ਵੱਲੋਂ ਇਹ ਵੈਸ਼ਨਵ ਤੇਰਾ ਮਨ ਹੀ ਸੁੱਤਾ ਹੋਇਆ ਹੈ। ਤੇ ਇਸੇ ਪ੍ਰਕਾਰ ਜੋ ਸਤਿਗੁਰੂ ਜੀ ਦਾ ਬਚਨ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕਉ ਸਾਂਝਾ, ਫਰਮਾਇਆ ਤੇ ਇੱਕ ਵੈਸ਼ਨਵ ਦੇ ਪ੍ਰਥਾਏ ਹੈ, ਪਰ ਗੁਰ ਸ਼ਬਦ ਦੁਆਰਾ ਜਿਹੜਾ ਉਪਦੇਸ਼ ਹੈ ਚਾਰੇ ਵਰਨਾ ਸਰਬਤ ਜਗਤਰ ਸੰਸਾਰ ਨੂੰ ਸਾਂਝਾ ਹੈ, ਇਕੱਲੇ ਵੈਸ਼ਨਵ ਵਾਸਤੇ ਨਹੀਂ, ਹਰ ਇੱਕ ਮਾਈ ਭਾਈ ਵਾਸਤੇ ਹੈ। ਭਾਈ ਉਸ ਨਾਮ ਜਪਣ ਰੂਪੀ ਕਰਮ ਨੂੰ ਕਰਨਾ ਕਰ, ਜਿਸ ਦੇ ਨਾਲ ਮਨ ਨੂੰ ਮੈਲ ਨਾ ਲੱਗੇ ਤੇ ਲੱਗੀ ਹੋਈ ਮੈਲ ਉਤਰ ਜਾਵੇ। ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦੇ ਨਾਲ ਤੇਰਾ ਜਿਹੜਾ ਮਨ ਹੈ ਨਾ, ਨਾਮ ਦੇ ਵੱਲ ਜਾਗ ਪਵੇ। ਸੋ ਇਸੇ ਹੀ ਪ੍ਰਕਾਰ ਸੋ ਕਿਛ ਕਰ ਜਿਤ ਮੈਲ ਨਾ ਲਾਗੈ। ਭਾਈ ਮੈਲ ਨਾ ਲਾਗੈ, ਉਸ ਕਰਮ ਨੂੰ ਕਰਨਾ ਕਰ ਜਿਸ ਕਰਮ ਨੂੰ ਕਰਨੇ ਕਰਕੇ ਵਿਕਾਰਾਂ ਰੂਪੀ ਮੈਲ ਤੇਰੇ ਲਾਗੇ ਵੀ ਨਾ ਆਵੇ, ਤੇਰੇ ਨੇੜੇ ਵੀ ਨਾ ਆਉਣ। ਵਿਕਾਰ ਤੇਰੇ ਸਰੀਰ ਨੂੰ ਟੱਚ ਵੀ ਨਾ ਕਰਨ, ਸਪਰਸ਼ ਵੀ ਨਾ ਕਰਨ। ਤੇਰਾ ਸਰੀਰ ਇੰਨਾ ਪਵਿੱਤਰ ਹੋ ਜਾਵੇ ਜਿਵੇਂ ਜਿੱਥੇ ਤੇਲ ਜਾਂ ਘਿਓ ਲੱਗਾ ਹੋਵੇ ਪਾਣੀ ਨਹੀਂ ਨਾ ਟਿਕਦਾ। ਨਾਮ ਦੀ ਥੰਧਿਆਈ ਤੇਰੇ ਹਿਰਦੇ ਨੂੰ ਲੱਗ ਜਾਵੇ, ਵਿਕਾਰਾਂ ਰੂਪੀ ਪਾਣੀ ਉਸ ਨੂੰ ਸਪਰਸ਼ ਵੀ ਨਾ ਕਰੇ। ਇਸ ਪ੍ਰਕਾਰ ਐਸਾ ਨਾਮ ਰੂਪੀ ਜਪਣ ਰੂਪੀ ਕਰਮ ਨੂੰ ਕਰਨਾ ਕਰ। ਹਰ ਕੀਰਤਨ ਮੈਂ ਹੈ ਇਹੋ ਮਨ ਜਾਗੈ। ਮਹਾਰਾਜ ਜਤਨ ਤੇ ਅਸੀਂ ਕਰਦੇ ਹਾਂ ਕਿ ਜਿਹੜਾ ਸਾਡਾ ਮਨ ਹੈ ਨਾਮ ਵੱਲ ਜਾਗੇ, ਪਰ ਜਾਗਦਾ ਹੀ ਨਹੀਂ। ਭਾਵਨਾ ਤੇ ਸਾਡੀ ਵੀ ਹੈ ਨਾ, ਜੰਮਣ ਮਰਨ ਵਿੱਚ ਆਉਣ ਨੂੰ ਕਿਹਦਾ ਜੀ ਕਰਦਾ ਹੈ? ਇਹ ਕੁੱਤੇ ਬਿੱਲੇ ਸੂਅਰ ਗਧੇ ਕਾਂ ਸੱਪ ਬਣ ਕੇ ਦੁੱਖ ਭੋਗਣ ਨੂੰ ਕਿਹਦਾ ਜੀ ਕਰਦਾ ਹੈ? ਮਹਾਰਾਜ ਚਿੱਤ ਤੇ ਸਾਡਾ ਵੀ ਨਹੀਂ ਚਾਹੁੰਦਾ ਸਾਨੂੰ ਵਿਕਾਰ ਲੱਗਣ, ਪਰ ਮਨ ਐਸਾ ਸੁੱਤਾ ਨਾਮ ਵੱਲੋਂ, ਨਾਮ ਵੱਲ ਜਾਗਦਾ ਹੀ ਨਹੀਂ। ਤੇ ਸਤਿਗੁਰੂ ਜੀ ਕਹਿੰਦੇ, ਭਾਈ ਇਹ ਗੁਰਮਤਿ ਦੀ ਜੁਗਤੀ ਦੱਸਦੇ ਆ, ਇਸ ਨੂੰ ਧਾਰਨ ਕਰ ਲਈ। ਜੁਗਤੀ ਕੀ ਹੈ? ਹਰ ਕੀਰਤਨ ਮਹਿ। ਜਦੋਂ ਸਤਿਗੁਰੂ ਜੀ ਦੀ ਗੁਰਬਾਣੀ ਦਾ ਕੀਰਤਨ ਰਾਗ ਵਿੱਚ ਪਾ ਕਰਕੇ ਕੀਤਾ ਜਾਂਦਾ ਨਾ, ਤੇ ਗੁਰਬਾਣੀ ਦੇ ਕੀਰਤਨ ਨੂੰ ਸ਼ਰਵਣ ਕਰਨਾ ਕਰ, ਫਿਰ ਜਿਹੜਾ ਤੇਰਾ ਮਨ ਹੈ ਨਾ ਐਸੇ ਪ੍ਰੇਮ ਦੇ ਸਹਿਤ ਹੋਵੇਗਾ, ਹਰੀ ਪਰਮਾਤਮਾ ਜੀ ਦੀ ਬੰਦਗੀ ਵੱਲ ਜਾਗ ਪਵੇਗਾ, ਫਿਰ ਸਿਮਰਨ ਪਿਆਰਾ ਲੱਗੇਗਾ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਥਾ ਕੀਰਤਨ ਦੀਆਂ ਦਾਤਾਂ ਤਾਂ ਹੀ ਬਖਸ਼ੀਆਂ ਨੇ, ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ। ਇਸੇ ਪ੍ਰਕਾਰ ਹਰ ਕੀਰਤਨ ਸੁਣਾਏ, ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਦੁੱਖ ਜਨ ਦਰਦ ਨੇੜੇ ਕਿ ਨਹੀਂ ਆਉਂਦੇ, ਕਿਉਂਕਿ ਸਾਧ ਸੰਗਤ ਜੀ ਫਿਰ ਜਿਹੜਾ ਮਨ ਹੈ ਨਾ ਇਹ ਨਾਮ ਸਿਮਰਨ ਵੱਲ ਜਾਗ ਪੈਂਦਾ ਹੈ। ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰਾ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਓ ਜਾਏਦਾ। ਆਪ ਤਰਦਾ ਹੈ, ਕੁਲਾਂ ਨੂੰ ਤਾਰ ਜਾਂਦਾ ਹੈ, ਪ੍ਰਮਾਤਮਾ ਜੀ ਦੀ ਦਰਗਾਹ ਵਿੱਚ ਉਜਲਾ ਮੁਖ ਲੈ ਕੇ ਜਾਂਦਾ ਹੈ। ਕਿਉਂ?
ਕਿਉਂਕਿ ਜਿਹੜਾ ਮਨ ਹੈ ਉਹ ਨਾਮ ਵੱਲ ਜਾਗ ਪੈਂਦਾ ਹੈ। ਮਨ ਇਕਾਗਰ ਨਹੀਂ ਹੁੰਦਾ, ਸੁਰਤ ਨਿਰਮਲ ਨਹੀਂ ਹੁੰਦੀ, ਤੇ ਵਾਹਿਗੁਰੂ ਜੀ ਦੇ ਨਾਮ ਬਾਣੀ ਦੇ ਕੀਰਤਨ ਨੂੰ ਸਰਵਣ ਕਰਨਾ ਕਰ। ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ। ਐਸੀ ਕੀਰਤਨ ਦੀ ਵਡਿਆਈ ਹੈ ਭਾਈ, ਤੇਰਾ ਜਿਹੜਾ ਮਨ ਹੈ ਵਿਕਾਰਾਂ ਵੱਲੋਂ ਹਟ ਕਰਕੇ ਨਾਮ ਦੇ ਵਿੱਚ ਸੁਰਤ ਨੂੰ ਜੋੜ ਕਰਕੇ ਜਦੋਂ ਜਪਣਾ ਕਰੇਗਾ, ਨਿਰਮਲ ਹੋ ਜਾਵੇਗਾ, ਫਿਰ ਨਾਮ ਦੀ ਤਰਫ ਤੇਰਾ ਜਿਹੜਾ ਮਨ ਹੈ ਉਹ ਜਾਗ ਜਾਵੇਗਾ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਏਕੋ ਸਿਮਰ ਨਾ ਦੂਜਾ ਭਾਉ। ਹੇ ਭਾਈ, ਕੇਵਲ ਤਾਂ ਕੇਵਲ ਇੱਕ ਪਰਮੇਸ਼ਰ ਹਰੀ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਕਰੋ। ਦੂਜੇ ਦਾ ਭਾਉ, ਦੂਜੇ ਦਾ ਪਿਆਰ ਮਨ ਦੇ ਵਿੱਚ ਨਹੀਂ ਲੈ ਕਰਕੇ ਆਉਣਾ ਹੈ। ਜਿਵੇਂ ਪਤੀਵ੍ਰਤ ਧਰਮ ਦੇ ਵਿੱਚ ਪ੍ਰਪੱਕ ਬੀਬੀ ਆਪਣੇ ਪਤੀ ਨੂੰ ਹੀ ਰੱਬ ਦਾ ਰੂਪ ਜਾਣ ਕੇ ਤਿਸ ਦੀ ਸੇਵਾ ਕਰਦੀ ਏ, ਜਗਤ ਦੇ ਅੰਦਰ ਸਤੀ ਦਾ ਮਾਣ ਪ੍ਰਾਪਤ ਕਰਦੀ ਏ, ਸਤਵੰਤੀ ਅਖਵਾਉਂਦੀ ਏ, ਸੁਹਾਗਣ ਅਖਵਾਉਂਦੀ ਏ। ਪਰ ਖਿਮਾ ਕਰਨਾ, ਜੇ ਕੋਈ ਬੀਬੀ ਪਤੀ ਦੇ ਹੁੰਦਿਆਂ ਵੀ ਦੂਸਰੇ ਦੇ ਨਾਲ ਨੇਹੋ ਲਾਵੇ, ਫਿਰ ਉਹ ਸੁਹਾਗਣ ਨਹੀਂ ਦੁਹਾਗਣ ਅਖਵਾਉਂਦੀ ਏ, ਫਿਰ ਸਦਚਾਰਨ ਨਹੀਂ ਦੁਹ ਕਾਰਨ ਅਖਵਾਵਣਾ ਕਰਦੀ ਏ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਜਿਵੇਂ ਬੀਬੀ ਦਾ ਪਤੀ ਕੇਵਲ ਤਾਂ ਕੇਵਲ ਇੱਕ ਹੀ ਹੋ ਸਕਦਾ ਹੈ, ਕਿਸੇ ਵੀ ਜੀਵ ਦਾ ਬਾਪ ਕੇਵਲ ਤਾਂ ਕੇਵਲ ਇੱਕ ਹੀ ਹੋ ਸਕਦਾ ਹੈ, ਪਿਆਰੇ ਦਾ ਇਸ਼ਟ ਵੀ ਕੇਵਲ ਤਾਂ ਕੇਵਲ ਇੱਕ ਹੀ ਹੋ ਸਕਦਾ ਹੈ। ਤੇ ਜਿਹੜਾ ਇੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਵੀ ਦੂਜੇ ਦੇ ਨਾਲ ਜਾ ਕੇ ਨੇਹੋ ਲਾਉਂਦਾ ਨਾ, ਫਿਰ ਉਹ ਵਿਭਚਾਰੀ ਹੈ, ਫਿਰ ਉਹ ਦੁਹਾਗਣ ਹੈ, ਫਿਰ ਉਹ ਕੁਲੱਖਣੀ ਹੈ, ਫਿਰ ਉਹ ਸੁਲੱਖਣੀ ਨਹੀਂ ਅਖਵਾ ਸਕਦੀ ਹੈ। ਜਗਿਆਸੂ ਰੂਪ ਇਸਤਰੀ ਦੇ ਵੀ ਇਹੋ ਪ੍ਰਮਾਣ ਹੈ। ਸੋ ਸਾਹਿਬ ਜੀ ਫਰਮਾਵਣਾ ਕਰਦੇ ਨੇ, ਏਕੋ ਸਿਮਰ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ, ਨਾ ਦੂਜਾ ਭਾਓ। ਦੂਜੇ ਕਿਸੇ ਦੇਵੀ ਦੇਵਤੇ ਅਥਵਾ ਕਰਮ ਕਾਂਡ ਦਾ ਪਿਆਰ ਆਪਣੇ ਮਨ ਦੇ ਵਿੱਚ ਨਾ ਲੈ ਆਉਣਾ ਕਰ। ਸੰਤ ਸੰਗ ਜਪ ਕੇਵਲ ਨਾਉ। ਸੋ ਮਹਾਰਾਜ, ਕਿਹੜਾ ਸਾਧਨ ਹੈ ਕਰਮ ਕਾਂਡਾਂ ਤੋਂ ਮੁਕਤੀ ਪਾ ਕਰਕੇ ਛੇਤੀ ਨਾਮ ਦਾ ਰਸੀਆ ਹੋ ਜਾਵਾਂ? ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਆ, ਸਤ ਸੰਗਤ ਦੇ ਵਿੱਚ ਆ ਕਰਕੇ ਕੇਵਲ ਤਾਂ ਕੇਵਲ ਸ਼ੁੱਧ ਭੂਮਾ ਸਰੂਪ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰ। ਸਹਿਤ ਪਿਆਰ ਦੇ ਮਨ ਦੀ ਭਾਵਨਾ ਦੇ ਨਾਲ ਬੈਠਣਾ ਹੈ ਤੇ ਅਦਬ ਦੇ ਸਹਿਤ ਜਪਣਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਤ ਸੰਗਤ ਦੁਆਰਾ ਬੈਠ ਕਰਕੇ ਕੇਵਲ ਸ਼ੁੱਧ ਸਰੂਪ ਪਰਮਾਤਮਾ ਜੀ ਦੇ ਨਾਮ ਨੂੰ ਜਪੇਗਾ, ਫਿਰ ਕੇਵਲ ਮੁਕਤੀ, ਵਿਦੇਹ ਮੁਕਤੀ, ਜੀਵਨ ਮੁਕਤੀ ਦੇ ਆਨੰਦ ਨੂੰ ਮੰਨਣਾ ਕਰੇਗਾ। ਕਰਮ ਧਰਮ ਨੇਮ ਬ੍ਰਤ ਪੂਜਾ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਤਾਂ ਜਗ ਜਲ ਧਾਰੇ ਧੋਤੀ ਨੇਤੀ ਨਿਓਲੀ ਇਤਿਆਦਿਕ ਕਰਮ ਕਰਦਾ ਸੀ। ਜਿਹੜੇ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ 4 ਵਰਨਾਂ ਦੇ ਧਰਮ ਮਨੂ ਸਿਮਰਤੀ ਦੇ ਵਿੱਚ ਕਥਨ ਕੀਤੇ ਨੇ ਨਾ, ਮੈਂ ਤੇ ਆਪਣੇ ਵਰਣ ਦੇ ਧਰਮ ਨੂੰ ਨਿਭਾਉਂਦਾ ਸੀ। ਮਹਾਰਾਜ ਇਸੇ ਪ੍ਰਕਾਰ ਕ੍ਰਿਸ਼ਨ ਜੀ ਦੇ ਜਨਮ ਤੇ ਕ੍ਰਿਸ਼ਨ ਅਸ਼ਟਮੀ ਦਾ ਵਰਤ, ਰਾਮਚੰਦਰ ਦੀ ਜੇ ਜਨਮ ਵਾਲੇ ਦਿਨ ਰਾਮ ਨੌਮੀ ਦਾ ਵਰਤ ਤੇ ਹੋਰ ਇਤਿਆਦਿਕ ਵਰਤਾਂ ਨੂੰ ਰੱਖਦਾ ਸੀ। ਤੇ ਸੱਚੇ ਪਾਤਸ਼ਾਹ ਨੇਮ ਕਰਦਾ ਸੀ, 4 ਮਹੀਨੇ ਨਮਕ ਨਹੀਂ ਖਾਣਾ, 4 ਮਹੀਨੇ ਅੰਨ ਨਹੀਂ ਖਾਣਾ, 4 ਮਹੀਨੇ ਜੋੜਾ ਨਹੀਂ ਪਾਉਣਾ, ਨੇਮ ਰੱਖਦਾ ਸੀ। ਸੱਚੇ ਪਾਤਸ਼ਾਹ ਸਾਲ ਗ੍ਰਾਮ ਇਤਿਆਦਿਕ ਦੀ ਇਸ਼ਨਾਨ ਕਰਵਾ ਕੇ ਫੁੱਲ ਚਾੜ ਕੇ ਪੂਜਾ ਵੀ ਕਰਦਾ ਸੀ। ਜਦੋਂ ਤਿਸਨੇ ਉਹ ਆਪਣੇ ਕਰਮ ਕਰਨਾ ਗਿਣਨਾ ਕੀਤੇ ਤੇ ਹਜ਼ੂਰ ਨੇ ਇਹਨਾਂ ਨੂੰ ਗੁਰਬਾਣੀ ਦੀ ਪੰਕਤੀ ਦੇ ਅੰਦਰ ਲਿਖ ਦਿੱਤਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਗਿਆਸੂ ਜਨਾਂ ਨੂੰ ਸੇਧ ਮਿਲਦੀ ਰਵੇ। ਪਿਆਰਿਓ, ਸਾਰਿਆਂ ਤੋਂ ਸ੍ਰੇਸ਼ਟ ਕਰਮ ਵੀ ਨਿਰਮਲ ਕਰਮ ਹੈ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ, ਤੇ ਅਟਲ ਧਰਮ ਵੀ ਇਹੋ ਹੈ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ। ਤੇ ਨੇਮ ਇਹ ਹੈ ਨਿੰਦਿਆ ਚੁਗਲੀ ਤੋਂ ਬਚ ਕੇ ਰਹਿਣਾ ਤੇ ਨਿਰਵਿਕਾਰ ਜੀਵਨ ਜਿਉਣਾ। ਇਸੇ ਪ੍ਰਕਾਰ ਵਰਤ ਜਿਹੜਾ ਹੈ ਨੰਗੇ ਪੈਰੀ ਰਹਿਣ ਦਾ ਨਹੀਂ, ਅੰਨ ਤਿਆਗਣ ਦਾ ਨਹੀਂ, ਮਾੜੀ ਬਿਰਤੀ ਦੇ ਤਿਆਗ ਦਾ, ਨੀਵੀਂ ਸੁਰਤ ਦੇ ਤਿਆਗ ਦਾ, ਜੋ ਨੀਵੀਂ ਸੁਰਤ ਨੂੰ ਤਿਆਗ ਦੇਣਾ, ਇਹ ਨੇਮ ਕਰਨਾ ਹੈ। ਇਸੇ ਪ੍ਰਕਾਰ ਵਿਕਾਰਾਂ ਦਾ ਜਿਹੜਾ ਤਿਆਗਣਾ, ਇਹ ਵਰਤ ਰੱਖਣਾ ਹੈ। ਤੇ ਇਸੇ ਪ੍ਰਕਾਰ ਨਾਮ ਦਾ ਜਪਣਾ ਹੀ ਪੂਜਾ ਹੈ। ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੈ ਪੂਜ ਨਾ ਹੋਏ। ਗੁਰਸਿੱਖੀ ਦੇ ਅੰਦਰ, ਗੁਰਮਰਿਆਦਾ ਦੇ ਅੰਦਰ ਤੇ ਪਿਆਰਿਆ, ਇਹੋ ਹੀ ਜਪ ਹੈ, ਇਹੋ ਤਪ ਹੈ, ਇਹੋ ਕਰਮ ਹੈ, ਇਹੋ ਧਰਮ ਹੈ, ਇਹੋ ਨੇਮ ਹੈ, ਇਹੋ ਬ੍ਰਤ ਹੈ, ਇਹੋ ਪੂਜਾ ਹੈ ਤੇ ਇਹੋ ਹੀ ਪ੍ਰਵਾਨ ਹੈ। ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਪਾਰ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਰਹਿਤ ਬ੍ਰਹਮ ਵਿਆਪਕ ਸਰੂਪ ਪ੍ਰਮਾਤਮਾ ਜੀ ਦਾ ਨਾਮ ਹੀ ਜਪਣਾ ਹੈ। ਪਾਰ ਬ੍ਰਹਮ ਪਰਮੇਸ਼ਰ ਜੀ ਤੋਂ ਬਿਨਾਂ ਜਾਨ ਨਾ ਦੂਜਾ।
ਦੂਜੇ ਕਿਸੇ ਵੀ ਸਾਧਨ ਨੂੰ ਭਵ ਸਾਗਰ ਤੋਂ ਪਾਰ ਕਰਨੇ ਵਾਲਾ ਨਾ ਜਾਣਨਾ ਕਰ। ਮਤਾ ਜਾਣ ਕੇ ਹੋਰ ਜਿਹੜਾ ਕੋਈ ਸਾਧਨ ਹੈ ਤੇਰਾ ਜਮਾਂ ਤੋਂ ਛੁਟਕਾਰਾ ਕਰਾ ਦੇਵੇਗਾ, ਤੇਰੇ 84 ਦੇ ਗੇੜੇ ਨੂੰ ਕੱਟ ਦੇਵੇਗਾ, ਤੈਨੂੰ ਵਾਹਿਗੁਰੂ ਜੀ ਦੇ ਨਾਲ ਭੇਦ ਕਰ ਦੇਵੇਗਾ। ਮਤਾ ਐਸਾ ਜਾਣ, ਵਾਹਿਗੁਰੂ ਜੀ ਦੀ ਭੇਦਤਾ ਤੇ ਸੁੱਖਾਂ ਦਾ ਦਾਤਾ ਕੇਵਲ ਤਾਂ ਕੇਵਲ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਨਾਮ ਹੀ ਹੈ। ਤਾਂ ਕੀ ਪੂਰਨ ਹੋਈ ਕਾਲ। ਮਹਾਰਾਜ ਇਹ ਨਾਮ ਜਪਣ ਰੂਪੀ ਕਾਲ ਕਿੰਨਾ ਦੀ ਪੂਰੀ ਹੋਈ, ਕਿੰਨਾ ਦੀ ਸਫਲੀ ਹੋਈ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਤਿੰਨਾਂ ਉਤਮ ਜਗਿਆਸੂਆਂ ਦੀ ਨਾਮ ਜਪਣ ਰੂਪੀ ਬੰਦਗੀ ਕਰਨੇ ਰੂਪੀ ਜਿਹੜੀ ਕਾਲ ਉਹ ਸਫਲੀ ਹੋਈ ਹੈ, ਥਾਏ ਪਈ ਹੈ, ਪ੍ਰਵਾਨ ਚੜੀ ਹੈ। ਜਾਂ ਕੀ ਪ੍ਰੀਤ ਆਪਣੇ ਪ੍ਰਭੂ ਨਾਲ। ਜਿਨ੍ਹਾਂ ਦੀ ਪ੍ਰੀਤੀ, ਜਿਨ੍ਹਾਂ ਦਾ ਪਿਆਰ ਆਪਣੇ ਪ੍ਰਭੂ ਜੀ ਦੇ ਨਾਲ ਹੈ, ਆਪਣੇ ਵਾਹਿਗੁਰੂ ਜੀ ਦੇ ਨਾਲ ਹੈ। ਭਾਵ ਜਿਨ੍ਹਾਂ ਨੇ ਪਿਆਰ ਦੇ ਨਾਲ, ਅਦਬ ਦੇ ਨਾਲ, ਭਾਵਨਾ ਦੇ ਨਾਲ ਜਪਿਆ ਨਾ, ਉਹਨਾਂ ਦੀ ਘਾਲਣਾ ਥਾਏ ਪੈਂਦੀ ਹੈ। ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਇੱਕ ਤਿਲ ਮਾਤਰ ਵੀ ਘਾਲਣਾ ਕਿਸੇ ਦੀ ਵਿਅਰਥ ਥੋੜਾ ਨਾ ਜਾਂਦੀ ਹੈ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ, ਸਿੱਖਾਂ ਨੇ ਸੱਚੇ ਪਾਤਸ਼ਾਹ ਜਪਦੇ ਤੇ ਹਾਂ ਪਰ ਪਿਆਰ ਦੇ ਨਾਲ ਨਹੀਂ ਜਪਿਆ ਜਾਂਦਾ। ਮਹਾਰਾਜ ਜੀ ਕਹਿੰਦੇ ਤਾਂ ਹੀ ਤੇ ਜਪਣਾ ਕਿ ਪਿਆਰ ਹਿਰਦੇ ਵਿੱਚ ਪ੍ਰਗਟ ਹੋ ਜਾਵੇ। ਪਿਆਰ ਪ੍ਰਗਟ ਕਰਨ ਵਾਸਤੇ ਹੀ ਤੇ ਜਪਣਾ ਹੈ ਨਾ। ਇਸੇ ਪ੍ਰਕਾਰ ਜਿਗਿਆਸੂ ਜਨ ਸਵਾਲ ਕਰਦੇ ਨੇ ਜੀ ਜਪਦੇ ਤਾਂ ਹਾਂ ਮਨ ਨਹੀਂ ਟਿਕਦਾ। ਪਿਆਰਿਓ ਮਨ ਨਹੀਂ ਟਿਕਦਾ ਤਾਂ ਹੀ ਤੇ ਜਪਣ ਦੀ ਲੋੜ ਹੈ। ਮਨ ਟਿਕ ਜਾਵੇ ਤਾਂ ਹੀ ਤੇ ਜਪਣਾ ਏ। ਤੇ ਜੇ ਪਹਿਲਾਂ ਹੀ ਟਿਕਿਆ ਹੋਵੇ, ਨਿਰਮਲ ਹੋਵੇ, ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲੱਗਾ ਹੋਵੇ, ਫਿਰ ਜ਼ੁਬਾਨ ਦੇ ਨਾਲ ਜਪਣ ਦੀ ਕੀ ਲੋੜ ਹੈ। ਜਪਣਾ ਹੀ ਤਾਂ ਏ, ਸਿਮਰਨਾ ਹੀ ਤਾਂ ਏ, ਅਰਾਧਨਾ ਹੀ ਤਾਂ ਏ ਤਾਂ ਕਿ ਮਨ ਟਿਕ ਜਾਵੇ। ਤੇ ਸਤਿਗੁਰੂ ਹਰਿਰਾਏ ਸਾਹਿਬ ਜੀ ਨੂੰ ਪੁੱਛਣਾ ਕੀਤਾ, ਮਹਾਰਾਜ ਮਨ ਦੌੜਦਾ ਬੜਾ ਹੈ, ਬਾਣੀ ਘਰੇ ਬੈਠੇ ਪੜ੍ਹਦੇ ਹੁੰਨੇ ਆ ਤੇ ਮਨ ਦੇਸ਼ ਪਰਦੇਸ ਦੇ ਚੱਕਰ ਲਾਉਂਦਾ ਫਿਰਦਾ। ਇਸ ਪ੍ਰਕਾਰ ਨਾਮ ਜਪਿਆ ਵੀ ਮਹਾਰਾਜ ਕਈ ਵਾਰ ਤੇ ਪੜ੍ਹ ਬਾਣੀ ਰਹੇ ਹੁੰਦੇ ਆ ਤੇ ਮਨ ਦੇ ਵਿੱਚ ਬੁਰੇ ਫੁਰਨੇ, ਬੁਰੇ ਸੰਕਲਪ ਆਈ ਜਾਂਦੇ ਨੇ। ਬੁਰੇ ਸੰਕਲਪ ਆਉਂਦਿਆਂ ਵੀ ਬਾਣੀ ਪੜ੍ਹ ਲਈਏ ਤੇ ਮਹਾਤਮ ਮਿਲੇਗਾ, ਫਲ ਮਿਲੇਗਾ। ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਸਿੱਖੋ ਖੇਤੀਬਾੜੀ ਕਰਦੇ ਹੋ ਨਾ, ਜਦੋਂ ਖੇਤਾਂ ਵਿੱਚ ਜਾ ਕਰਕੇ ਕਣਕ ਦਾ ਕਿਸੇ ਬੀਜ ਦਾ ਛੱਟਾ ਦਿੰਦੇ ਹੋ, ਮੱਕੀ ਕੋਈ ਵੀ ਫਸਲ ਬੀਜਦੇ ਹੋ, ਤੇ ਜਿਹੜਾ ਦਾਣਾ ਜ਼ਮੀਨ ਦੇ ਅੰਦਰ ਪੈ ਗਿਆ, ਚਾਹੇ ਉਹ ਸਿੱਧਾ ਡਿੱਗ ਪਵੇ, ਚਾਹੇ ਉਹ ਪੁੱਠਾ ਡਿੱਗ ਪਵੇ, ਕਿਸੇ ਰੋਖ ਡਿੱਗ ਪਵੇ, ਜਿਹੜਾ ਦਾਣਾ ਜ਼ਮੀਨ ਦੇ ਅੰਦਰ ਚਲਿਆ ਗਿਆ, ਪੈ ਗਿਆ, ਉਸਨੇ ਫਲ ਦੇਣਾ ਹੀ ਹੈ, ਉਸਨੇ ਜਾਮੀ ਜਾਣਾ ਹੈ, ਉਸ ਦਾ ਬੂਟਾ ਪੌਦਾ ਬਣ ਹੀ ਜਾਣਾ ਹੈ, ਫਲਦਾਤਾ ਹੋ ਹੀ ਜਾਣਾ ਹੈ, ਬੀਜਿਆ ਜੂ ਗਿਆ। ਗੁਰਬਾਣੀ ਆਪਣੇ ਵੱਲੋਂ ਯਤਨ ਕਰੋ ਮਨ ਟਿਕਾ ਕੇ ਸਹਿਤ ਪ੍ਰੇਮ ਦੇ ਪੜ੍ਹਨੇ ਦਾ। ਪਰ ਜੇ ਮਨ ਦੀ ਭਾਵਨਾ ਬੁਰੀ ਵੀ ਹੈ, ਮਨ ਪੁੱਠੇ ਪਾਸੇ ਵੀ ਜਾਂਦਾ, ਸਮਝ ਲਓ ਦਾਣਾ ਪੁੱਠਾ ਡਿੱਗ ਗਿਆ, ਪਰ ਇਸ ਨੇ ਉੱਗ ਤਾਂ ਵੀ ਜਾਣਾ ਹੈ। ਗੁਰਬਾਣੀ ਅਮੋਘ ਬਾਣ ਵਰਗੀ ਨਿਸਫਲ ਨਹੀਂ ਜਾਵੇਗੀ, ਫਲਦਾਤੀ ਹੈ। ਪਰ ਜਿਹੜੇ ਸਹਿਤ ਪਿਆਰ ਦੇ ਪੜ੍ਹਨਾ ਕਰਦੇ ਨੇ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ, ਆਪਣੇ ਪ੍ਰਭੂ ਜੀ ਦੇ ਨਾਲ ਜਿਹੜੇ ਪ੍ਰੀਤ ਕਰਦੇ ਨੇ, ਉਹਨਾਂ ਦੀ ਘਾਲਣਾ ਛੇਤੀ ਥਾਂ ਪੈ ਜਾਂਦੀ ਏ। ਪਿਛਲੇ ਦਿਨੀ ਸਾਖੀ ਸਰਵਣ ਕੀਤੀ ਸੀ ਨਾ, ਜਿੰਨੇ ਬੋੜ ਦੇ ਪੱਤੇ ਸਨ ਉਹਨੇ ਜਨਮ ਲੈ ਕੇ ਤਪ ਕਰਨਾ ਸੀ ਤਾਂ ਥਾਂ ਪੈਣਾ ਸੀ। ਪਰ ਜਦੋਂ ਪਿਆਰ ਵਿੱਚ ਆ ਗਿਆ ਤੇ ਉਸੇ ਵੇਲੇ ਪ੍ਰਵਾਨ ਹੋ ਗਿਆ ਤੇ ਉਸੇ ਵੇਲੇ ਪ੍ਰਾਪਤੀ ਵਾਲਾ ਹੋ ਗਿਆ। ਸਾਹਿਬ ਜੀ ਬਚਨ ਕਰਦੇ ਨੇ, ਪਿਆਰਿਓ ਜਿਹੜੇ ਸਹਿਤ ਪਿਆਰ ਦੇ ਜਪਦੇ ਨੇ ਉਹਨਾਂ ਦੀ ਘਾਲਣਾ ਛੇਤੀ ਸਫਲੀ ਹੁੰਦੀ ਹੈ, ਥਾਂ ਪੈਂਦੀ ਹੈ। ਸੋ ਵੈਸ਼ਨੋ ਹੈ ਅਪਰ ਅਪਾਰ। ਵੈਸ਼ਨਵ ਵੀ ਉਹੀ ਹੋਈ ਹੈ ਤੇ ਅਪਰ ਅਪਾਰ, ਅਪਰ ਪਲਸ ਅਪਾਰ, ਪਰੇ ਤੋਂ ਪਰੇ ਹੈ। ਭਾਵ ਬਹੁਤੀ ਵਡਿਆਈ ਵਾਲਾ, ਬਹੁਤੀ ਮਹਿਮਾ ਵਾਲਾ ਉਹ ਵੈਸ਼ਨਵ ਹੈ, ਉਹ ਸੱਚਾ ਸਾਧੂ ਹੈ, ਉਹ ਸੱਚਾ ਮਹਾਤਮਾ, ਸੱਚਾ ਸੰਤ ਹੈ। ਕਹੋ ਨਾਨਕ ਜਿਨ ਤਜੇ ਵਿਕਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਸ ਨੇ ਵਿਕਾਰ ਤਜ ਦਿੱਤੇ ਨੇ ਨਾ, ਜਿਸ ਨੇ ਪਾਪ ਛੱਡ ਦਿੱਤੇ, ਉਹ ਹੈ ਸੱਚਾ ਸਾਧੂ। ਨਮਕ ਛੱਡ ਦਿੱਤਾ ਤੇ ਕਹੇ ਮੈਂ ਸਾਧੂ ਬਣ ਗਿਆ, ਨਹੀਂ ਬਣਿਆ ਜਾਵੇਗਾ। 4 ਮਹੀਨੇ ਅੰਨ ਛੱਡ ਦਿੱਤਾ, ਕਹੇ ਜੰਗਲ ਚੋਂ ਮੈਂ ਤੇ ਫਲ ਪੂੰਗ ਖਾ ਕੇ ਖਾਂਦਾ ਹੈ। ਤੇ ਕਲਗੀਧਰ ਸਾਹਿਬ ਜੀ ਬਚਨ ਕਰਦੇ ਨੇ ਨਾ, ਇਹ ਬਾਂਦਰ ਇਤਿਆਦਿਕ ਜਿਤਨੇ ਪੰਛੀ ਨੇ ਕਿਹੜੇ ਤੜਕੇ ਲਾ ਕੇ ਖਾ ਰਹੇ ਨੇ, ਇਹ ਕਿਹੜਾ ਦੁੱਧ ਚ ਘਿਓ ਪਾ ਕੇ ਫੈਂਟ ਕੇ ਪੀਂਦੇ ਨੇ, ਫਲ ਪੂੰਗੀ ਤੇ ਇਹ ਖਾਂਦੇ ਨੇ। ਇਸੇ ਪ੍ਰਕਾਰ ਫਲ ਕੇ ਪਛਈਆ ਤਾਹੇ ਭੂਚਰੀ ਕੇ ਜਈਆ ਕਹੈ। ਹਜ਼ੂਰ ਫਰਮਾਉਂਦੇ ਨੇ ਜਿਹੜਾ ਸਿਮਰਨ ਨਹੀਂ ਕਰਦਾ, ਕੇਵਲ ਤਾਂ ਕੇਵਲ ਫਲ ਧਾਰੀ ਹੋ ਗਿਆ, ਦੁੱਧਾ ਧਾਰੀ ਹੋ ਗਿਆ ਤੇ ਕਹੇ ਮੈਂ ਸਾਧੂ ਹੋ ਗਿਆ, ਕਹਿੰਦੇ ਬਾਂਦਰੀ ਦੇ ਬੱਚੇ ਵੀ ਤੇ ਫਲ ਹੀ ਖਾਂਦੇ ਫਿਰਦੇ ਨੇ, ਫਿਰ ਤੇ ਉਹਦੇ ਵਰਗਾ ਹੀ ਹੈ। ਮਹਾਤਮਾ ਉਦੋਂ ਆ ਜਦੋਂ ਵਿਕਾਰ ਛੱਡ ਦੇਵੇ, ਮਹਾਤਮਾ ਉਦੋਂ ਆ ਜਦੋਂ ਸਿਮਰਨ ਕਰੇ। ਹਜ਼ੂਰ ਫਰਮਾਉਂਦੇ ਨੇ ਭਾਈ ਕੇਵਲ ਤਾਂ ਕੇਵਲ ਇਹ ਵਰਤ ਇਤਿਆਦਿਕ ਦੇ ਨਾਲ, ਨੇਮ ਇਤਿਆਦਿਕ ਦੇ ਨਾਲ ਵੈਸ਼ਨਵ ਨਹੀਂ ਬਣਿਆ ਜਾਣਾ।
ਜਦੋਂ ਹਿਰਦੇ ਚੋਂ ਵਿਕਾਰਾਂ ਨੂੰ ਛੱਡ ਦੇਵੇਂਗਾ ਨਾ, ਫਿਰ ਸੱਚਾ ਸਾਧੂ ਬਣੇਗਾ, ਸੱਚਾ ਮਹਾਤਮਾ ਬਣੇਗਾ। ਇਸ ਕਰਕੇ ਹੋਰ ਪਦਾਰਥਾਂ ਦੇ ਤਿਆਗਣੇ ਦੀ ਲੋੜ ਨਹੀਂ, ਵਿਕਾਰਾਂ ਦਾ ਤਿਆਗੀ ਬਣੋ ਤੇ ਵਾਹਿਗੁਰੂ ਜੀ ਦੇ ਨਾਮ ਦੇ ਧਾਰਨੀ ਬਣੋ। ਇਸ ਪ੍ਰਕਾਰ ਹਿਰਦੇ ਦੇ ਅੰਦਰ ਪਰਮਾਤਮਾ ਜੀ ਦੀ ਸਾਖਿਆਤਕਾਰਤਾ ਹੋ ਜਾਵੇਗੀ। ਫਿਰ ਮਹਾਵਿਸ਼ਨੂੰ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਨਾ, ਤੂੰ ਤਿਸ ਦੀ ਪ੍ਰਾਪਤੀ ਵਾਲੇ ਹੋ ਜਾਵੇਂਗਾ। ਇਸ ਪ੍ਰਕਾਰ ਵੈਸ਼ਨਵ ਜੀ ਦੇ ਪਰਥਾਏ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਰਬਤ ਲੋਕਾਈ ਨੂੰ ਸਾਂਝਾ ਉਪਦੇਸ਼ ਦੇਣਾ ਕੀਤਾ। ਪਿਆਰਿਓ, ਪ੍ਰਾਪਤੀ ਦਾ ਸਾਧਨ ਹੈ ਸਤ ਸੰਗਤ, ਮਨ ਨੂੰ ਜੋੜਨ ਦਾ ਸਾਧਨ ਹੈ ਗੁਰਬਾਣੀ ਦਾ ਕੀਰਤਨ, ਛੇਤੀ ਪ੍ਰਾਪਤ ਕਰਨੇ ਦਾ ਸਾਧਨ ਹੈ ਸਤ ਸੰਗਤ ਵਿੱਚ ਬੈਠ ਕਰਕੇ ਜਪਣਾ ਤੇ ਹਰ ਜਸ ਸਰਵਣ ਕਰਨਾ ਤੇ ਪਿਆਰ ਦੇ ਸਹਿਤ ਸਰਵਣ ਕਰਨਾ। ਤੇ ਜਦੋਂ ਨਿਰਵਿਕਾਰ ਜੀਵਨ ਹੋ ਜਾਵੇਗਾ, ਪਰਮਾਤਮਾ ਜੀ ਫਿਰ ਸੁਭਾਵਿਕ ਹੀ ਪ੍ਰਾਪਤ ਹੋ ਜਾਣਗੇ, ਫਿਰ ਨਿਰਜਤਨ ਹੀ ਪ੍ਰਾਪਤ ਹੋ ਜਾਣਗੇ। ਜਦੋਂ ਤੱਕ ਵਿਕਾਰੀ ਜੀਵਨ ਧਾਰਨ ਕੀਤਾ ਹੋਇਆ ਹੈ, ਵਿਕਾਰੀ ਬਿਰਤੀ ਨੂੰ ਧਾਰਨ ਕੀਤਾ ਹੋਇਆ ਹੈ, ਤੇ ਅਜੇ ਪ੍ਰੀਤ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਨਹੀਂ, ਉਦੋਂ ਤੱਕ ਜਲ ਧਾਰੇ, ਉਦੋਂ ਤੱਕ ਜਗ, ਉਦੋਂ ਤੱਕ ਨੇਮ, ਉਦੋਂ ਤੱਕ ਬ੍ਰਤ, ਉਦੋਂ ਤੱਕ ਪੂਜਾ ਕਿਸੇ ਵੀ ਕੰਮ ਨਹੀਂ ਆਉਣ ਵਾਲੀ ਹੈ। ਇਸ ਕਰਕੇ ਕਰਮ ਕਾਂਡਾਂ ਦਾ ਤਿਆਗ ਕਰਕੇ, ਵਿਕਾਰਾਂ ਦਾ ਤਿਆਗ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਨਾ ਕਰੋ। ਪਿਆਰਿਓ, ਸਾਰੀ ਪ੍ਰਾਪਤੀ ਵਾਲੇ ਹੋ ਜਾਵੋਗੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਾਹਿਗੁਰੂ ਜੀ ਦੇ ਨਾਲ ਜੋੜਨ ਵਾਲਾ ਤੇ ਮੁਕਤੀ ਦੇਣ ਵਾਲਾ ਉਪਦੇਸ਼ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨਾ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਕਲਗੀਧਰ ਦਸ਼ਮੇਸ਼ ਪਿਤਾ ਜੀ ਤਖਤ ਸਾਹਿਬ ਜੀ ਤੇ ਸੁਭਾਇਮਾਨ ਹੋ। हे ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰਤਾ ਗੱਦੀ ਤੇ ਸ਼ੋਭਨੀ ਕੋ ਕਿਰਪਾ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ ਸਾਧ ਸੰਗਤ ਜੀ, ਕਿਰਪਾ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰੂ ਜੀ ਦੇ ਚਰਨਾਂ ਵਿਖੇ ਰਹਿ ਕਰਕੇ ਇਸੇ ਪ੍ਰਕਾਰ ਨਾਮ ਬਾਣੀ ਹਰ ਜਸ ਦੁਆਰਾ ਆਪ ਸੰਗਤਾਂ ਦੀ ਸੇਵਾ ਨਿਭਾਉਂਦੇ ਰਹੀਏ। ਕਿਰਪਾਲਤਾ ਕਰਕੇ ਅਸੀਸ ਬਖਸ਼ਣੀ ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਓ ਮੇਲ। ਪਰਮ ਕਿਰਪਾਲੂ ਸਤਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਪਾਵਨ ਉਪਦੇਸ਼ਾਂ ਨੂੰ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸਾ ਦੇਣ। ਸਾਡੇ ਹਿਰਦੇ ਦੇ ਅੰਦਰ ਵੀ ਨਾਮ ਦਾ ਪਿਆਰ ਪ੍ਰਗਟ ਹੋਵੇ, ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇ। ਗੁਰੂ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸੋ ਵੈਸਨੋ ਹੈ ਅਪਰ ਅਪਾਰ, ਕਹੂ ਨਾਨਕ ਜਿਨ ਤਜੇ ਵਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे हह पीहो वनहार। हे संतह कै सदा संग निधारा आधार। हे ठाकुर हौ दासरो मैं निर्गुण गुण नहीं कोई। नानक दीजै नाम दान राखो हिय परोई। आई प्रभ सरनागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सो उतरै पार। जो सरदा कर सेव दे गुर पार उतारन हार। कथा निता प्रत होत है सुनो सो सिंह सुजान। नानक गुरु गोबिंद सिंह जी सदा कर कल्याण। नानक गुरु गोबिंद सिंह जी सदा कर कल्याण। वाहिगुरु जी का खालसा, वाहिगुरु जी की फतेह। गाज के जयकारा जावे सो निहाल हो जावे। सत श्री अकाल।